ਇਸ ਪ੍ਰੋਗਰਾਮ ਵਿੱਚ ਕੀਤੇ ਗਏ ਦਾਅਵਿਆਂ ਦੀ ਪ੍ਰਮਾਣਿਕਤਾ ਦੀ ਜਾਂਚ ਕਰ ਲੈਣ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਆਪਣੇ ਇਸ ਚੈਨਲ ਦੇ ਉੱਤੇ, ਇਸ ਮੰਚ ਦੇ ਉੱਤੇ ਔਰ ਇਸ ਸ਼ੋਅ ਦੇ ਉੱਤੇ। ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਜਦੋਂ ਸ਼ੋਅ ਨੂੰ ਲੈ ਕੇ ਹਾਜ਼ਰ ਹੁੰਦੇ ਆ ਤਾਂ ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਸ਼ੋਅ ਇਮੀਗ੍ਰੇਸ਼ਨ ਨਾਲ ਰਿਲੇਟਡ ਹੈ, ਇਮੀਗ੍ਰੇਸ਼ਨ ਮੁੱਦਿਆਂ ਨਾਲ ਰਿਲੇਟਡ ਹੈ, ਇਮੀਗ੍ਰੇਸ਼ਨ ਮੈਟਰਸ ਨਾਲ ਰਿਲੇਟਡ ਹੈ। ਕਿਉਂਕਿ ਅਕਸਰ ਪਿਛਲੇ 12 ਸਾਲ ਤੋਂ ਇਸ ਮੰਚ ਨੂੰ, ਇਸੇ ਸਟੂਡੀਓ ਨੂੰ ਤੁਹਾਡੇ ਨਾਲ ਜੀ ਰੂਬਰੂ ਹੁੰਨੇ ਬੈਠ ਕੇ ਸਟੂਡੀਓ 'ਚ ਔਰ ਇਮੀਗ੍ਰੇਸ਼ਨ ਮੁੱਦਿਆਂ 'ਤੇ ਗੱਲਬਾਤ ਕਰਦੇ ਹਾਂ। ਅੱਜ ਆਸਟ੍ਰੇਲੀਆ ਜਾਣ ਵਾਲੇ ਸਟੂਡੈਂਟਸ ਦੀ ਗੱਲਬਾਤ ਕਰਾਂਗੇ ਜਿਹੜੇ ਬੱਚੇ ਆਸਟ੍ਰੇਲੀਆ ਜਾਣਾ ਚਾਹੁੰਦੇ ਨੇ। ਆਸਟ੍ਰੇਲੀਆ ਸਰਕਾਰ ਵੱਲੋਂ ਰੋਜ਼ ਕੋਈ ਨਾ ਕੋਈ ਬੱਚਿਆਂ ਨੂੰ ਆਫਰਸ ਕੀਤੀਆਂ ਜਾ ਰਹੀਆਂ ਨੇ। ਪਹਿਲਾਂ ਆਫਰ ਕੀਤੀ ਗਈ ਸੀ ਕਿ ਹੁਣ ਬੱਚਾ 20 ਘੰਟੇ ਦੀ ਜਗ੍ਹਾ ਤੇ 40 ਘੰਟੇ ਕੰਮ ਕਰ ਸਕਦਾ ਹੈ ਜਦੋਂ ਉਹ ਆਸਟ੍ਰੇਲੀਆ ਆਊਗਾ। ਪਹਿਲਾਂ ਬੱਚਾ ਇੰਟਰਨੈਸ਼ਨਲ ਸਟੂਡੈਂਟ 20 ਘੰਟੇ ਕੰਮ ਕਰ ਸਕਦਾ ਸੀ, ਹੁਣ 40 ਘੰਟੇ ਕੰਮ ਕਰਨ ਦੀ ਇਜਾਜ਼ਤ ਮਿਲ ਗਈ ਹੈ ਜਿਹੜਾ ਬੱਚਾ ਆਸਟ੍ਰੇਲੀਆ ਪੜ੍ਹਨ ਜਾਊਗਾ। ਉਸ ਤੋਂ ਬਾਅਦ 10 ਕੁ ਦਿਨ ਬਾਅਦ ਇੱਕ ਹੋਰ ਅਨਾਊਂਸਮੈਂਟ ਹੁੰਦੀ ਹੈ ਕਿ ਜਿਹੜਾ ਸਟੂਡੈਂਟ ਆਸਟ੍ਰੇਲੀਆ ਆਉਣਾ ਚਾਹੁੰਦਾ ਹੈ ਉਹ ਅੰਬੈਸੀ ਫੀਸ ਆਸਟ੍ਰੇਲੀਅਨ ਗੌਰਮੈਂਟ ਉਹਨੂੰ ਵਾਪਸ ਕਰ ਦੂਗੀ, ਯਾਨੀ ਅੰਬੈਸੀ ਫੀਸ ਆਸਟ੍ਰੇਲੀਅਨ ਗੌਰਮੈਂਟ ਭਰੂਗੀ ਉਹ ਬੱਚੇ ਦੀ। ਸੋ ਇਹ ਸਭ ਉਹ ਛੋਟੀ ਛੋਟੀ ਚੀਜ਼ਾਂ ਹੈ ਜਿਸ ਤੋਂ ਪਤਾ ਲੱਗਦਾ ਕਿ ਆਸਟ੍ਰੇਲੀਆ ਕਿੰਨੇ ਕੁ ਵੱਡੇ ਲੈਵਲ ਤੇ ਵੀਜ਼ਾਸ ਦੇਣ ਦੀ ਸੋਚ ਰਿਹਾ, ਕਿੰਨੇ ਕੁ ਵੱਡੇ ਲੈਵਲ ਤੇ ਪੰਜਾਬ ਦੇ ਬੱਚਿਆਂ ਨੂੰ ਵੀਜ਼ਾਸ ਮਿਲਣਗੇ। ਸੋ ਇਹ ਰਾਈਟ ਟਾਈਮ ਆਸਟ੍ਰੇਲੀਆ ਅਪਲਾਈ ਕਰਨ ਦਾ। ਔਰ ਆਸਟ੍ਰੇਲੀਆ ਬਾਰੇ ਚਰਚਾ ਕਰਨ ਲਈ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਮਾਹਰ ਜਾਂ ਆਸਟ੍ਰੇਲੀਅਨ ਸਟੂਡੈਂਟ ਵੀਜ਼ਾ ਕਿੰਗ ਅੱਜ ਸਾਡੇ ਨਾਲ ਮਿਤੇਸ਼ ਮਲਹੋਤਰਾ ਜੀ ਹਾਜ਼ਰ ਨੇ ਸੇਵੀਅਰ ਐਜੂਕੇਸ਼ਨ ਅਬਰੋਡ ਤੋਂ। ਸੋ ਫੋਨ ਲਾਈਨ ਅਸੀਂ ਓਪਨ ਕਰ ਚੁੱਕੇ ਹਾਂ ਜੀ, 95 92 20 60 60। ਇਸ ਨੰਬਰ ਤੇ ਕਾਲ ਕਰਕੇ ਤੁਸੀਂ ਸਾਡੇ ਨਾਲ ਸਟੂਡੀਓ ਵਿੱਚ ਜੁੜ ਸਕਦੇ ਹੋ। ਸਿੱਧੇ ਤੌਰ ਤੇ ਉਹਨਾਂ ਨੂੰ ਸਵਾਲ ਪੁੱਛ ਸਕਦੇ ਹੋ ਕਿ ਆਸਟ੍ਰੇਲੀਆ ਤੁਸੀਂ ਕਿਵੇਂ ਜਾ ਸਕਦੇ ਹੋ। ਸੋ ਮਿਤੇਸ਼ ਜੀ, ਬਹੁਤ ਸਵਾਗਤ ਹੈ ਜੀ। ਸਰ ਥੈਂਕ ਯੂ ਜੀ। ਔਰ ਪਿਛਲੇ ਹਫਤੇ ਅਨਾਊਂਸਮੈਂਟ ਹੋਈ ਕਿ ਬੱਚਾ 20 ਘੰਟੇ ਦੀ ਜਗ੍ਹਾ ਤੇ 40 ਘੰਟੇ ਕੰਮ ਕਰ ਸਕੂਗਾ ਹੁਣ ਆਸਟ੍ਰੇਲੀਆ ਜਾ ਕੇ। ਜੀ। ਉਸ ਤੋਂ ਬਾਅਦ ਨਵੀਂ ਅਨਾਊਂਸਮੈਂਟ ਹੁੰਦੀ ਹੈ ਕਿ ਜਿਹੜੀ ਐਮਬੈਸੀ ਫੀਸ 35,000 ਰੁਪਇਆ ਸੀ ਉਹ ਵੀ ਹੁਣ ਆਸਟ੍ਰੇਲੀਅਨ ਸਰਕਾਰ ਦਊਗੀ ਜੀ। ਸੋ ਕੀ ਇਹ ਪੋਜ਼ਿਟਿਵ ਨੋਟ ਹੈ ਕਿ ਕਿਸ ਤਰ੍ਹਾਂ ਦੇਖ ਰਹੇ ਹੋ? ਇਹ ਜਦ ਆਸਟ੍ਰੇਲੀਅਨ ਗਵਰਨਮੈਂਟ ਨੇ ਕਿਹਾ ਸੀ ਕਿ ਅਸੀਂ ਖੋਲਣੇ ਜਾ ਰਹੇ ਹਾਂ, ਉਸ ਵੇਲੇ ਲੋਕਾਂ ਦੇ ਮਾਈਂਡ 'ਚ ਡਾਊਟ ਸੀਗੇ। ਜਦ ਉਹਨਾਂ ਨੇ 15 ਦਿਨ ਲਈ ਆਪਣੀ ਡੈਡਲਾਈਨ ਅੱਗੇ ਵਧਾਈ, ਲੋਕਾਂ ਦੇ ਮਾਈਂਡ 'ਚ ਹੋਰ ਡਾਊਟ ਆਏ, ਲੋਕੀ ਜਾਣੇ ਸ਼ੁਰੂ ਹੋਏ, ਓਮਿਨ ਕ੍ਰੋਮ ਹੋਰ ਵੱਧ ਗਿਆ, ਲੋਕਾਂ ਨੂੰ ਲੱਗਿਆ ਬੰਦ ਹੋ ਜਾਏਗਾ। ਆਸਟ੍ਰੇਲੀਅਨ ਗਵਰਨਮੈਂਟ ਨੇ ਵਿਸ਼ਵਾਸ ਦਿਵਾਤਾ 3 ਪੁਆਇੰਟਸ ਤੇ। ਪਹਿਲਾ ਪੁਆਇੰਟ ਸੀਗਾ ਕਿ ਉਹ ਕਹਿੰਦੇ ਨੇ ਕਿ ਡਿਪਲੋਮਾਸ ਤੇ ਵੀ ਵਰਕ ਪਰਮਿਟ ਲੈ ਲਓ, ਜਿਹੜਾ ਪਹਿਲੇ ਡਿਗਰੀਜ਼ ਤੇ ਮਿਲਦਾ ਸੀ। ਮਤਲਬ ਡਿਗਰੀ ਕਰਨੇ ਨੂੰ ਬੱਚੇ ਨੂੰ 3 ਸਾਲ ਲਗਾਉਣੇ ਪੈਂਦੇ ਨੇ, ਡਬਲ ਟ੍ਰਿਪਲ ਫੀਸ ਭਰਨੀ ਪੈਂਦੀ ਹੈ, ਡਿਪਲੋਮੇ ਤੇ ਵੀ ਵਰਕ ਪਰਮਿਟ ਦੇਣ ਨੂੰ ਤਿਆਰ ਨੇ। ਦੂਜੀ ਗੱਲ ਤੁਸੀਂ ਰਾਈਟਲੀ ਸੈਡ ਕਿ ਵੀ 40 ਘੰਟੇ ਹਫਤੇ ਦਾ ਉਹ ਉਹਨਾਂ ਦੇ ਅਕੋਰਡਿੰਗਲੀ ਬੰਦਾ ਸਿਰਫ 5 ਦਿਨ ਕੰਮ ਕਰਦਾ, ਸ਼ਨੀ ਐਤਵਾਰ ਛੁੱਟੀ ਰੱਖਦਾ, 8 ਘੰਟੇ ਦਾ ਕੰਮ ਕਰਕੇ ਉਹਨੂੰ ਠੀਕ ਹੋ ਜਾਂਦਾ। 40 ਘੰਟੇ ਦਾ ਮਤਲਬ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ। ਤੀਜੀ ਸਭ ਤੋਂ ਬੜੀ ਗੱਲ ਹੈ, ਹਿਸਟਰੀ 'ਚ ਪਹਿਲੀ ਵਾਰ ਹੋਇਆ ਹੈ ਗਵਰਨਮੈਂਟ ਕਿਸੇ ਵੀ ਕੰਟਰੀ ਦੀ ਕਹਿ ਰਹੀ ਹੋਏ ਕਿ ਅਸੀਂ ਤੁਹਾਨੂੰ ਪੈਸੇ ਮੋੜ ਦਾਂਗੇ ਤੁਹਾਡੇ ਵੀਜ਼ਾ ਫੀਸ ਦੇ। ਇਸ ਤੋਂ ਜ਼ਿਆਦਾ ਵੈਲਕਮਿੰਗ ਸਟੇਟਮੈਂਟਸ ਕਿਸੇ ਕੰਟਰੀ ਤੋਂ ਨਹੀਂ ਆ ਸਕਦੀਆਂ। ਕੋਈ ਇਹ ਨਹੀਂ ਕਹਿ ਸਕਦਾ, ਮਤਲਬ ਹੁਣ ਸਰਕਾਰ ਇਹ ਨਹੀਂ ਕਹਿ ਸਕਦੀ ਤੁਸੀਂ ਆਓ ਔਰ ਵੀਜ਼ੇ ਲੈ ਕੇ ਚਲੇ ਜਾਓ। ਸਰਕਾਰ ਇਹ ਨਹੀਂ ਕਹਿ ਸਕਦੀ ਕਿ ਤੁਹਾਡੇ ਘਰ ਹੀ ਜਹਾਜ਼ ਭੇਜ ਦਾਂਗੇ, ਤੁਸੀਂ ਤੜਕੇ ਚਲੇ ਜਾਓ। ਇਸ ਤੇ ਆਪਾਂ ਚਰਚਾ ਕਰਾਂਗੇ ਜੀ। ਸਾਡਾ ਕਾਲਰ ਜੁੜਨੇ ਸ਼ੁਰੂ ਹੋ ਗਏ ਨੇ। ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ? ਹੈਲੋ ਹੈਲੋ, ਸਵਾਗਤ ਹੈ ਜੀ। ਕਿੱਥੋਂ ਗੱਲ ਕਰ ਰਹੇ ਹੋ, ਕਿਹੜੇ ਸ਼ਹਿਰ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਕਿਹੜੇ ਸ਼ਹਿਰ ਤੋਂ ਗੱਲ ਕਰ ਰਹੇ ਹੋ, ਆਪਣਾ ਨਾਮ ਦੱਸੋ? ਸਰ ਫਤਿਹਗੜ੍ਹ ਸਾਈਡ ਤੋਂ ਗੱਲ ਕਰ ਰਹੀ ਹਾਂ, ਰਣਜੀਤ ਕੌਰ। ਜੀ ਰਣਜੀਤ ਕੌਰ ਜੀ, ਸਵਾਲ ਪੁੱਛੋ। ਹਾਂਜੀ ਸਰ, ਮੈਂ 12th ਕੀਤੀ ਹੋਈ ਹੈ ਨਾਨ ਮੈਡੀਕਲ। ਠੀਕ ਹੈ ਜੀ। 72% ਦੇ ਮਾਰਕਸ ਸੀਗੇ। ਠੀਕ ਹੈ ਜੀ। 5.5 ਈਚ ਹੈ ਮੇਰੇ ਬੈਂਡਸ। Okay ਜੀ। ਆਸਟ੍ਰੇਲੀਆ ਜਾਣਾ ਚਾਹੁੰਦੀ ਹਾਂ ਮੈਂ। ਬੈਂਡ ਕਿੰਨੇ ਮੇਰੇ ਤੁਹਾਡੇ? 5.5 ਈਚ। 5.5 ਈਚ। ਪਲੱਸ 2 ਕਿਹੜੇ ਸਾਲ 'ਚ ਕੀਤੀ ਹੈ ਜੀ? ਸਰ 2020 ਵਿੱਚ। ਜੀ ਰਾਜੇ ਤੁਸੀਂ ਜਾ ਸਕਦੇ ਹੋ ਅਸੈਸਮੈਂਟ ਲੈਵਲ 1 ਯੂਨੀਵਰਸਿਟੀ ਦੇ ਅੰਦਰ। 5.5 ਵਾਲੇ ਬੈਂਡ ਬੱਚੇ ਨੂੰ ਯੂਜਲੀ ਲੋਕ ਕਹਿੰਦੇ ਨੇ ਡਿਪਲੋਮਾ ਕਰ ਲਓ, ਕਿਸੇ ਵੈਟ ਕਾਲਜ ਦੇ ਅੰਦਰ ਡਿਪਲੋਮਾ ਦਵਾ ਦਿੰਦੇ ਨੇ। ਮੈਂ ਇਸ ਬੱਚੇ ਨੂੰ ਡਾਇਰੈਕਟ ਡਿਪਲੋਮਾ ਇਨਟੂ ਡਿਗਰੀ ਇਨ ਯੂਨੀਵਰਸਿਟੀ ਦਵਾਵਾਂਗਾ। ਵਿਕਟੋਰੀਆ ਸਿਡਨੀ ਯੂਨੀਵਰਸਿਟੀ ਹੈ ਜੀ। ਫੀਸ ਵੀ ਇੰਨੀ ਘੱਟ ਹੈ, ਕੁਝ ਕਹਿਣੇ ਦੀ ਹੱਦ ਨਹੀਂ। ਇੱਕ ਡਿਪਲੋਮਾ ਕਾਲਜ ਦੇ ਲੈਵਲ ਵਾਲੀ ਫੀਸ ਹੈਗੀ ਹੈ। ਕਿੰਨੀ ਫੀਸ ਹੋਊਗੀ? ਤੁਸੀਂ ਮੈਨੂੰ $8-9,000 ਸਮੈਸਟਰ ਦੀ ਫੀਸ ਹੈ। ਇੰਨੀ ਫੀਸ ਤੇ ਉਹ 4.5 ਲੱਖ ਰੁਪਏ। 4.5 ਲੱਖ ਰੁਪਏ ਇੰਨੀ ਫੀਸ। ਮਿਤੇਸ਼ ਜੀ ਠੀਕ ਹੈ ਜੀ, ਫੋਨ ਕਰਨ ਲਈ ਰਣਜੀਤ ਕੌਰ ਜੀ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਨਸਰ ਆਪਣਾ ਟੀਵੀ ਤੇ ਸੁਣ ਸਕਦੇ ਹੋ। ਅੱਛਾ ਆਪਣਾ ਮਿਤੇਸ਼ ਜੀ, ਤੁਸੀਂ ਕਹਿ ਰਹੇ ਯੂਨੀਵਰਸਿਟੀ 'ਚ D2D ਦਵਾ ਦੂੰਗਾ ਜੀ। ਹੁਣ ਬੱਚਾ ਅੱਜ ਦੀ ਡੇਟ 'ਚ ਨਾ ਯੂਨੀਵਰਸਿਟੀ ਜਾਣ ਤੋਂ ਡਰਦਾ ਹੈ ਜੀ। ਉਹਦਾ ਰੀਜ਼ਨ ਕੀ ਹੈ? ਯੂਨੀਵਰਸਿਟੀ ਜਾ ਕੇ ਬੱਚੇ ਨੇ ਡਿਗਰੀ ਕਰਨੀ ਹੈ ਜੀ। ਕਾਲਜਾਂ 'ਚ ਡਿਗਰੀਆਂ ਸ਼ੁਰੂ ਹੋ ਗਈਆਂ, ਯੂਨੀਵਰਸਿਟੀ ਦੇ ਵਿੱਚ ਆਫਰ ਲੈਟਰ ਆਉਣੀ, ਉਹਦੀ GT ਕਲੀਅਰ ਹੋਣੀ, ਸਭ ਕੁਝ ਕਰਦਾ ਕਰਦਾ ਬੱਚੇ 6 ਮਹੀਨੇ ਇੱਥੇ ਖਰਾਬ ਹੋ ਜਾਂਦੇ। ਬਿਲਕੁਲ। ਵਰਸਸ ਅਗਰ ਬੱਚਾ ਕਾਲਜ 'ਚ ਡਿਗਰੀ ਕਰਨ ਜਾਂਦਾ ਹੈ ਤੇ ਮੇਰੇ ਖਿਆਲ 'ਚ ਮਹੀਨੇ 1.5 ਮਹੀਨੇ ਸਾਰਾ ਕੰਮ ਖਤਮ ਹੋ ਜਾਂਦਾ। ਬਿਲਕੁਲ ਬਿਲਕੁਲ। ਮੈਂ ਇਸ ਤੁਹਾਨੂੰ ਦੱਸਦਾ, ਦੇਖੋ ਜੀ ਅੱਜ ਮਾਰਚ ਦਾ ਇਨਟੇਕ ਸਾਡੇ ਸਾਹਮਣੇ ਖੜਾ ਹੈ। ਤੁਸੀਂ ਕਿਸੇ ਯੂਨੀਵਰਸਿਟੀ ਲਈ ਅੱਜ ਦੀ ਡੇਟ 'ਚ ਅਪਲਾਈ ਕਰੋਗੇ ਤੇ ਤੁਹਾਡਾ ਜੁਲਾਈ ਇਨਟੇਕ ਹੀ ਮਿਲਣਾ ਹੈ। ਜੇਕਰ ਤੁਸੀਂ 15-20 ਦਿਨ ਮਹੀਨੇ 'ਚ ਵੀਜ਼ਾ ਲਗਾ ਕੇ ਜਾਣਾ ਚਾਹੁੰਦੇ ਹੋ ਆਸਟ੍ਰੇਲੀਆ, ਤੇ ਤੁਹਾਡੇ ਲਈ ਸਭ ਤੋਂ ਵਧੀਆ ਆਪਸ਼ਨ ਹੈ ਕਾਲਜ 'ਚ ਡਿਗਰੀ ਐਡਮਿਸ਼ਨ ਲੈ ਲਓ। ਮੈਂ ਕਰਾ ਕੇ ਦਊਂਗਾ ਤੁਹਾਨੂੰ ਆਫਰ ਲੈਟਰ ਸਿਰਫ ਔਰ ਸਿਰਫ 24 ਘੰਟਿਆਂ ਦੇ ਅੰਦਰ।
7 ਦਿਨਾਂ ਦੇ ਅੰਦਰ ਤੁਹਾਡਾ ਜੀਟੀ ਕਲੀਅਰ ਹੋ ਕੇ ਸੀਓਈ ਆਏਗੀ। 10ਵੇਂ ਦਿਨ ਤੁਹਾਡੀ ਫਾਈਲ ਐਮਬੈਸੀ ਪਹੁੰਚ ਜਾਏਗੀ। ਇਹ ਆਪਾਂ ਡਿਗਰੀ ਦੀ ਗੱਲ ਕਰ ਰਹੇ ਹਾਂ, ਆਪਾਂ ਡਿਗਰੀ ਦੀ ਗੱਲ ਕਰ ਰਹੇ ਹਾਂ ਜੀ। ਔਰ ਸਭ ਤੋਂ ਬੜੀ ਗੱਲ, ਯੂਨੀਵਰਸਿਟੀ ਦੀ ਡਿਗਰੀ ਤੁਹਾਨੂੰ ਮਿਲਣੀ ਹੈ 15-20 ਹਜ਼ਾਰ ਡਾਲਰ ਸਮੈਸਟਰ ਦੀ ਫੀਸ ਤੇ। ਇਹ ਬਿਲਕੁਲ ਅੱਧੀ ਫੀਸ ਤੇ ਤੁਹਾਨੂੰ ਮਿਲ ਜਾਣੀ ਹੈ। 4 ਲੱਖ ਰੁਪਏ ਦੀ ਫੀਸ, 4.5 ਲੱਖ ਰੁਪਏ ਦੀ ਫੀਸ, ਬਹੁਤ ਸਾਰੇ ਕਾਲਜਸ ਹੈਗੇ ਆ, ਇਹਨਾਂ 'ਚ ਤੁਹਾਨੂੰ ਮਿਲ ਜਾਣਾ। ਔਰ ਆਸਟ੍ਰੇਲੀਆ ਦਾ ਸਿਸਟਮ ਦੂਜਾ ਹੈ। ਜਿੱਦਾਂ ਕੈਨੇਡਾ ਐਸਡੀਐਸ ਔਰ ਨਾਨ ਐਸਡੀਐਸ ਹੈ, ਇੱਥੇ ਓਨਲੀ ਡਿਫਰੈਂਸ ਹੈ ਕਿ ਤੁਸੀਂ ਡਿਪਲੋਮੇ 'ਚ ਚੱਲੇ ਹੋ ਕਿ ਤੁਸੀਂ ਡਿਗਰੀ 'ਚ ਚੱਲੇ ਹੋ। ਤੁਸੀਂ ਸਰਕਾਰੀ ਜਾ ਰਹੇ ਹੋ, ਤੁਸੀਂ ਨਾਨ ਸਰਕਾਰੀ ਜਾ ਰਹੇ ਹੋ, ਕੋਈ ਫਰਕ ਕੀ ਹੈ? ਚਲੋ ਬੱਚਾ ਜੇ ਡਿਪਲੋਮੇ ਚੱਲ ਜਾਂਦਾ ਹੈ, ਹੁਣ ਤਾਂ ਕਹਿੰਦੇ ਡਿਪਲੋਮੇ ਵਾਲਾ ਬੱਚਾ ਵੀ ਕੰਮ ਕਰ ਸਕਦਾ ਉੱਥੇ। ਡਿਪਲੋਮੇ ਵਾਲੇ ਨੂੰ ਵੀ ਵਰਕ ਪਰਮਿਟ ਹੈਗਾ ਜੀ। ਡਿਪਲੋਮੇ ਔਰ ਡਿਗਰੀ ਨੂੰ ਫਰਕ ਇਹ ਹੈ ਕਿ ਤੁਹਾਡੇ ਜਦ ਪੀਆਰ ਪੁਆਇੰਟ ਬਣਨੇ ਨੇ, ਤੁਹਾਡੀ ਡਿਗਰੀ 'ਚ ਜ਼ਿਆਦਾ ਪੁਆਇੰਟ ਬਣ ਜਾਣੇ ਨੇ। ਡਿਪਲੋਮਾ 2 ਸਾਲ ਦਾ, ਇਹ 3 ਸਾਲ ਦਾ। ਥੋੜਾ ਜਿਹਾ ਫਰਕ ਇੰਨਾ ਹੈ, ਬਸ 1 ਸਾਲ ਜ਼ਿਆਦਾ ਪੜ੍ਹਨਾ ਹੈ ਤੁਹਾਨੂੰ। ਇਹਦੇ ਬਾਅਦ ਵਰਕ ਆਪਸ਼ਨ, ਮਤਲਬ ਇੱਕ ਆਪਾਂ ਇੰਡੀਅਨ ਹਿਸਾਬ ਨਾਲ ਲਗਾ ਲਈਏ, ਕੋਈ ਡਿਪਲੋਮਾ ਕਰਕੇ ਆਏ, ਕੋਈ ਡਿਗਰੀ ਕਰਕੇ ਆਏ, ਮੈਂ ਨੌਕਰੀ ਡਿਗਰੀ ਵਾਲੇ ਨੂੰ ਦਊਂ ਸ਼ਾਇਦ। ਤੇ ਇਹ ਬਸ ਸਿਰਫ ਇੰਨਾ ਕੁ ਫਰਕ ਹੈ। ਔਰ ਡਿਗਰੀ 'ਚ ਸਕਸੈਸ ਰੇਟ ਥੋੜਾ ਜ਼ਿਆਦਾ ਆ ਜਾਂਦਾ। ਮਤਲਬ ਜੇ ਮੈਂ ਕਹਾਂ ਕਿ ਡਿਗਰੀ ਦਾ ਸਕਸੈਸ ਰੇਟ ਕਿਸੇ ਯੂਨੀਵਰਸਿਟੀ ਔਰ ਕਾਲਜ ਦਾ ਸਭ ਦਾ ਬਰਾਬਰ ਹੈ। ਅੱਛਾ ਚਲੋ ਮਿਤੇਸ਼ ਜੀ, ਦਰਸ਼ਕਾਂ ਨੂੰ ਦੱਸ ਦਈਏ ਕਿ ਫੋਨ ਲਾਈਨ ਓਪਨ ਹੋ ਚੁੱਕੀਆਂ ਨੇ। ਮਿਤੇਸ਼ ਮਲਹੋਤਰਾ ਜੀ ਗੱਲ ਕਰ ਰਹੇ ਨੇ ਸੇਵੀਅਰ ਐਜੂਕੇਸ਼ਨ ਅਬਰੋਡ ਤੋਂ। ਤੁਸੀਂ ਵੀ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ 95 92 20 60 60 ਇਸ ਨੰਬਰ ਤੇ ਕਾਲ ਕਰ ਸਕਦੇ ਹੋ। ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ? ਸਰ ਮੈਂ ਮਨਪ੍ਰੀਤ ਗੱਲ ਕਰ ਰਿਹਾ ਬਠਿੰਡਾ ਤੋਂ। ਮਨਪ੍ਰੀਤ ਜੀ ਸਵਾਗਤ ਹੈ, ਸਵਾਲ ਪੁੱਛੋ। ਹਾਂਜੀ ਸਰ, ਮੈਂ 2020 ਦੇ ਵਿੱਚ ਨਾ ਆਪਣੀ 12th ਕਲੀਅਰ ਕੀਤੀ ਹੈ, ਕਾਮਰਸ ਸਟਰੀਮ ਦੇ ਵਿੱਚ 72% ਸੀ। ਠੀਕ ਹੈ ਜੀ। ਤੇ ਮੈਂ ਬੀਕਾਮ ਨਾ ਪਰਸੂਇੰਗ ਕਰ ਰਿਹਾ ਸੈਕੰਡ ਈਅਰ। ਠੀਕ ਹੈ ਜੀ। ਮੇਰੇ ਓਵਰਆਲ 6 ਹੈ ਤੇ ਨੋ ਲੈਸ ਦੈਨ 5.5 ਹੈ ਤੇ ਮੈਂ ਨਾ ਐਕਚੁਅਲ ਦੇ ਵਿੱਚ ਆਸਟ੍ਰੇਲੀਆ ਜਾਣਾ ਚਾਹੁੰਦਾ। ਠੀਕ ਹੈ ਜੀ। ਜੀ ਸਰ। ਮਨਪ੍ਰੀਤ ਰਾਜੇ, ਤੁਸੀਂ ਮੇਰੀ ਬਠਿੰਡਾ ਬ੍ਰਾਂਚ ਵਿਜ਼ਿਟ ਕਰੋ। ਐਂਡ ਮੈਂ ਤੁਹਾਨੂੰ ਮਿਨੀਮਮ ਕਹਿ ਰਿਹਾ, ਮਿਨੀਮਮ ਤੁਹਾਨੂੰ 8 ਤੋਂ 10 ਹਜ਼ਾਰ ਡਾਲਰ ਦੀ ਸਕਾਲਰਸ਼ਿਪ ਦਿਵਾਉਂਗਾ। ਇੰਨੀ ਸਕਾਲਰਸ਼ਿਪ ਮੈਨੂੰ ਨਹੀਂ ਲੱਗਦਾ ਕਿਸੇ ਬੱਚੇ ਨੂੰ ਮਿਲੀ ਹੋਏਗੀ। 8 ਤੋਂ 10 ਹਜ਼ਾਰ ਡਾਲਰ ਦੀ ਸਕਾਲਰਸ਼ਿਪ, ਉਹ ਵੀ ਕਿਸੇ ਸਰਕਾਰੀ ਯੂਨੀਵਰਸਿਟੀ 'ਚ ਮਿਲਣੀ ਹੈ। ਮਲਹੋਤਰਾ ਸਾਹਿਬ, ਹੁੰਦਾ ਪਤਾ ਕੀ ਹੈ, ਕੰਸਲਟੈਂਟ ਦੇ ਮੰਚ ਤੇ ਆ ਕੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰ ਜਾਂਦੇ ਕਿ 10,000 ਡਾਲਰ ਸਕਾਲਰਸ਼ਿਪ, 20,000 ਡਾਲਰ ਦੀ ਸਕਾਲਰਸ਼ਿਪ। ਕਈ ਤਾਂ ਮੈਂ ਐਸੇ ਸੁਣੇ ਆ, ਉਹ ਕਹਿੰਦੇ 10-10 ਲੱਖ ਰੁਪਏ ਦੀ ਸਕਾਲਰਸ਼ਿਪ ਦਵਾ ਦਾਂਗੇ। ਪਰ ਜੋ ਦਫ਼ਤਰਾਂ 'ਚ ਬੱਚਾ ਪਹੁੰਚਦਾ ਹੈ ਦੂਰੋਂ, ਉਹ ਫਿਰ ਆ ਕਹਿੰਦੇ ਨਹੀਂ ਜੀ ਤੂੰ ਤਾਂ ਐਲੀਜੀਬਲ ਹੀ ਨਹੀਂ ਹੈ, ਤੈਨੂੰ ਸਕਾਲਰਸ਼ਿਪ ਨਹੀਂ ਮਿਲਣੀ। ਅੱਜ ਮੈਂ ਪੀਟੀਸੀ ਦੇ ਮੰਚ ਤੇ ਬੈਠ ਕੇ ਤੁਹਾਡੇ ਸਾਹਮਣੇ ਇੱਕ ਗੱਲ ਕਹਿ ਕੇ ਚੱਲਾਂ ਜੀ। ਮੇਰੇ ਕਿਸੇ ਵੀ ਦਫ਼ਤਰ ਜਾ ਕੇ ਤੁਸੀਂ 1 ਰੁਪਿਆ ਨਹੀਂ ਦੇਣਾ। ਮੇਰੇ ਕਿਸੇ ਦਫ਼ਤਰ 'ਚ ਜਾ ਕੇ ਤੁਸੀਂ ਕੋਈ ਕਾਉਂਸਲਿੰਗ ਲੈਣੀ, ਕਿਸੇ ਕਾਉਂਸਲਰ ਨੂੰ ਨਹੀਂ ਮਿਲਣਾ। ਜੋ ਗੱਲ ਮੈਂ ਇੱਥੇ ਕਰ ਰਿਹਾ, ਤੁਸੀਂ ਮੇਰੇ ਸਾਰੇ ਦਫ਼ਤਰ 18 ਦੇ 18 ਦਫ਼ਤਰਾਂ 'ਚ ਮੈਨੂੰ ਲੱਭੋ। ਉਹਨਾਂ ਤੋਂ ਪੁੱਛੋ ਮੈਂ ਕਦ ਨੈਕਸਟ ਆ ਰਿਹਾ। ਮੈਂ ਜਦ ਵੀ ਆਊਂਗਾ ਤਦ ਤੁਹਾਨੂੰ ਮਿਲੂੰਗਾ, ਤੁਹਾਡੀ ਫਾਈਲ ਤੇ ਤੁਹਾਨੂੰ ਕਾਉਂਸਲਿੰਗ ਦਊਂਗਾ। ਤੁਸੀਂ ਕਲਿੱਪ ਲੈ ਕੇ ਆ ਜਾਣਾ, ਮੈਂ ਤੁਹਾਨੂੰ ਉਹਦੇ ਨਾਲ ਖੜ ਕੇ ਦੱਸੂੰਗਾ ਕਿ ਮੈਂ ਤੁਹਾਨੂੰ ਦਵਾ ਰਿਹਾ ਕਿ ਨਹੀਂ ਦਵਾ ਰਿਹਾ। ਅਗਰ ਇਸ ਬੱਚੇ ਨੇ ਕੀਤੀ ਹੈ, 1 ਸਾਲ ਪੜ੍ਹ ਲਿਆ, ਤੇ ਮੈਂ ਇਹਦੀ ਪੜ੍ਹਾਈ ਵੇਸਟ ਨਹੀਂ ਜਾਣੇ ਦੂੰਗਾ। ਇਸ ਪੜ੍ਹਾਈ ਦੇ ਬੇਸ ਤੇ ਮੈਂ ਇਹਨੂੰ 8 ਤੋਂ 10 ਹਜ਼ਾਰ ਡਾਲਰ ਦੀ ਸਕਾਲਰਸ਼ਿਪ ਲੈ ਕੇ ਦਊਂਗਾ, ਉਹ ਵੀ ਸਰਕਾਰੀ ਯੂਨੀਵਰਸਿਟੀ ਦੇ ਅੰਦਰ, ਕਿਸੇ ਪ੍ਰਾਈਵੇਟ ਅਦਾਰੇ ਦੀ ਗੱਲ ਹੀ ਨਹੀਂ ਕਰਦਾ। ਅੱਛਾ, ਇੱਕ ਚੀਜ਼ ਹੋਰ ਮੈਂ ਪੁੱਛਣੀ ਚਾਹੂੰਗਾ। ਹੁਣ ਇਸ ਕਾਲ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਕਿ ਕਾਲਜਾਂ ਦੇ ਵਿੱਚ ਡਿਗਰੀ ਕੋਰਸ ਤੇ ਚੱਲ ਜਾਓ ਜੀ। ਤੁਸੀਂ ਕਹਿ ਰਹੇ 4-4.5 ਲੱਖ ਰੁਪਏ 5 ਲੱਖ ਰੁਪਏ ਫੀਸ ਦੇ ਬੱਚੇ ਜਾ ਸਕਦਾ ਹੈ। ਹੁਣ ਇੱਕ ਸਵਾਲ ਇਹ ਹੈ ਕਿ ਬੱਚੇ ਅੱਜ ਨਾ ਪੰਜਾਬ ਦੇ ਵਿੱਚ ਹਰ ਬੱਚਾ ਬਾਹਰ ਜਾਣਾ ਚਾਹੁੰਦਾ। ਮਾਂ ਪਿਓ ਕਹਿੰਦਾ ਜੀ ਬਾਹਰ ਬੱਚੇ ਨੂੰ ਭੇਜ ਦਈਏ, ਫਿਊਚਰ ਬਣ ਜਾਊ। ਉਸ ਚੱਕਰ 'ਚ ਕਈ ਵਾਰੀ ਫਸ ਵੀ ਜਾਂਦੇ ਆ। ਜਿਹੜੀ ਤੁਸੀਂ ਗੱਲ ਕੀਤੀ ਕਿ ਮੇਰੇ ਦਫ਼ਤਰ 'ਚ ਜਾ ਕੇ ਕਿਸੇ ਨੂੰ ਪੈਸੇ ਨਹੀਂ ਦੇਣੇ, ਉਹ ਆਲਰੇਡੀ ਬੱਚੇ ਪੈਸੇ ਫਸਾ ਚੁੱਕੇ ਆ। ਕੋਈ 50,000 ਫਸਾ ਚੁੱਕਾ, ਕੋਈ ਲੱਖ ਰੁਪਏ ਫਸਾ ਚੁੱਕਾ ਹੈ। ਇਹ ਬਹੁਤ ਵਧੀਆ ਗੱਲ ਤੁਸੀਂ ਕਹੀ ਹੈ ਕਿ ਸੇਵੀਅਰ ਐਜੂਕੇਸ਼ਨ ਅਬਰੋਡ ਦੇ ਕਿਸੇ ਵੀ ਦਫ਼ਤਰ ਦੇ ਵਿੱਚ ਜਾ ਕੇ ਕਿਸੇ ਵੀ ਵੀਜ਼ਾ ਕਾਉਂਸਲਰ ਨੂੰ, ਕਿਸੇ ਵੀ ਸ਼ਖਸ ਨੂੰ ਜੋ ਉੱਥੇ ਟੇਬਲ ਤੇ ਬੈਠਾ, ਕਿਸੇ ਨੂੰ ਪੈਸੇ ਨਹੀਂ ਦੇਣੇ। ਕੋਈ ਪੈਸੇ ਮੰਗਦਾ ਹੈ, ਮਿਤੇਸ਼ ਜੀ ਤੱਕ ਸੰਪਰਕ ਕਰੋ। ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ, ਕਿਉਂਕਿ ਅਥੋਰਾਈਜ਼ਡ ਪਰਸਨ ਇਹ ਨੇ। ਤੁਹਾਡੀ ਫਾਈਲ ਜਦ ਤੱਕ ਇਹ ਨਹੀਂ ਵੇਖ ਲੈਂਦੇ, ਤੁਹਾਨੂੰ ਇਹ ਮਿਲ ਨਹੀਂ ਲੈਂਦੇ, ਤਦ ਤੱਕ ਕੋਈ ਵੀ ਇਹਨਾਂ ਦੇ ਆਫਿਸ ਦੇ ਵਿੱਚ ਵੀਜ਼ਾ ਕਾਉਂਸਲਰ ਤੁਹਾਡੀ ਫਾਈਲ ਨਹੀਂ ਲਊਗਾ। ਫਾਈਲ ਇਹਨਾਂ ਨੇ ਹੀ ਲੈਣੀ ਹੈ ਤੇ ਇਹਨਾਂ ਨੇ ਹੀ ਆਪਣਾ ਤੁਹਾਡਾ ਕੰਮ ਕਰਾਉਣਾ। 18 ਬ੍ਰਾਂਚਾਂ ਨੇ ਪੰਜਾਬ ਦੇ ਵਿੱਚ। ਇਹਨਾਂ ਦੀ ਅਵੇਲੇਬਿਲਿਟੀ ਕਿਹੜੀ ਬ੍ਰਾਂਚ ਕਿਸ ਦਿਨ ਹੁੰਦੀ ਹੈ, ਉਹ ਤੁਸੀਂ ਕਾਲ ਕਰਕੇ ਜਿਹੜਾ ਹੈ ਉਹ ਪਤਾ ਕਰ ਸਕਦੇ ਹੋ। ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ? ਹੈਲੋ, ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਅਮਨਦੀਪ ਹੈ ਜੀ। ਅਮਨਦੀਪ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਜਲੰਧਰ ਤੋਂ ਗੱਲ ਕਰ ਰਿਹਾ ਸਰ। ਜੀ, ਸਵਾਲ ਪੁੱਛੋ ਜੀ। ਤੇ ਸਰ ਮੈਂ ਆਪਣਾ 2019 ਦੇ ਵਿੱਚ ਮੈਂ ਆਪਣਾ ਆਟੋਮੋਬਾਈਲ ਦਾ ਡਿਪਲੋਮਾ ਕਲੀਅਰ ਕੀਤਾ ਤੇ ਮੇਰੇ ਓਵਰਆਲ 6 ਤੇ 105.5 ਬੈਂਡ ਨੇ। ਤੇ ਮੈਂ ਆਸਟ੍ਰੇਲੀਆ ਲਈ ਪਤਾ ਕਰਨਾ ਚਾਹੁੰਦਾ ਕਿ ਮੈਨੂੰ ਕੋਈ ਰੈਲੇਵੈਂਟ ਟੈਕਸ ਮਿਲ ਸਕਦਾ, ਮੈਨੂੰ ਕੋਈ ਕੋਰਸ ਵਗੈਰਾ। ਰਾਜੇ 2019 ਤੋਂ ਬਾਅਦ ਕੀ ਕੀਤਾ ਤੁਸੀਂ? ਮੈਂ ਜੌਬ ਕਰ ਰਿਹਾ ਜੀ। ਕਿੱਥੇ ਜੌਬ ਕਰ ਰਹੇ ਹੋ ਰਾਜੇ? ਮੈਂ ਕਰ ਰਿਹਾ ਜੀ ਮਾਰੂਤੀ ਸੁਜ਼ੂਕੀ ਦੇ ਵਿੱਚ ਜੀ। ਓਕੇ ਹਾਂਜੀ ਹਾਂਜੀ। ਰਾਜੇ ਤੁਸੀਂ ਜਲੰਧਰ ਤੋਂ ਬੋਲ ਰਹੇ ਹੋ, ਤੁਸੀਂ ਲੁਧਿਆਣੇ ਆ ਕੇ ਮਿਲ ਸਕਦੇ ਹੋ। ਨੰਬਰ ਸੇਵ ਕਰ ਲਓ, ਸ਼ੋਅ ਤੋਂ ਬਾਅਦ ਫੋਨ ਕਰਕੇ ਮੇਰੀ ਅਪਾਇੰਟਮੈਂਟ ਲੈ ਲੈਣਾ, ਮੈਂ ਤੁਹਾਨੂੰ ਮਿਲੂੰਗਾ। ਤੁਹਾਨੂੰ ਕਿਸੇ ਵੀ ਯੂਨੀਵਰਸਿਟੀ ਦੇ ਅੰਦਰ ਆਟੋਮੋਬਾਈਲ ਦੀ ਡਿਗਰੀ ਮਿਲ ਸਕਦੀ ਹੈ। ਨਾਲ ਇਸ ਬੱਚੇ ਨੂੰ ਫਿਰ ਮੈਂ ਕਹਿ ਰਿਹਾ 8 ਤੋਂ 10 ਹਜ਼ਾਰ ਡਾਲਰ ਦੀ ਫਿਰ ਸਕਾਲਰਸ਼ਿਪ ਇਹਨਾਂ ਨੂੰ ਵੀ ਮਿਲੇਗੀ। ਦੇਖੋ ਮੈਂ ਤੁਹਾਨੂੰ ਦੱਸਦਾ, ਇਹਦਾ ਇੱਕ ਪ੍ਰੋਸੈਸ ਹੁੰਦਾ ਜੋ ਆਸਟ੍ਰੇਲੀਅਨ ਸਿਸਟਮ ਦੇ ਅੰਦਰ ਰਿਹਾ, ਉਹਨੂੰ ਉਹ ਪ੍ਰੋਸੈਸ ਪਤਾ ਹੈ। ਮੈਂ ਜਿੰਨਾ ਕੁਝ ਯੂਨੀਵਰਸਿਟੀ ਕਾਲਜਸ ਨਾਲ ਪਹਿਲੇ ਜੌਬ ਕੀਤੀ ਹੈ। ਅਗਰ ਤੁਸੀਂ ਕੋਈ ਇੰਡੀਅਨ ਪੜ੍ਹਾਈ ਕੀਤੀ ਹੈ,
ਤੁਸੀਂ ਪੇਪਰ ਕਲੀਅਰ ਕਰੇ ਹੋਣੇ ਨੇ, ਉਹੀ ਪੇਪਰ ਅਗਰ ਤੁਹਾਨੂੰ ਅੱਗੇ ਜਾ ਕੇ ਕਰਨੇ ਨੇ ਅਸੀਂ ਉਹਨਾਂ ਦੀ ਫੀਸ ਵੇਵ ਕਰਵਾ ਦਿੰਦੇ ਹਾਂ। ਇਹੀ ਗੱਲ ਸਕਾਲਰਸ਼ਿਪ ਚ ਆ ਜਾਂਦੀ ਅੱਛਾ ਚਲੋ, ਮੈਂ ਸਵਾਲ ਕਰ ਰਿਹਾ ਸੀ ਕਿ ਫੀਸ ਤੁਹਾਡੇ ਦਫ਼ਤਰ ਜਾ ਕੇ ਕਿਸੇ ਨੂੰ ਨਹੀਂ ਦੇਣੀ। ਜੀ। ਹੁਣ ਅਗਲਾ ਸਵਾਲ ਇਹ ਹੁੰਦਾ ਕਿ ਪੰਜਾਬ ਦੇ ਵਿੱਚ ਨਾ ਬੱਚੇ ਬਹੁਤ ਪੈਸਾ ਫਸਾ ਚੁੱਕੇ, ਕੋਈ 50,000 ਕੋਈ ਲੱਖ, ਕੋਈ ਰਿਫਿਊਜ਼ ਹੋ ਗਏ, ਕੋਈ ਕਿਸੇ ਤਰੀਕੇ ਨਾਲ। ਹੁਣ ਉਹ ਲੱਭਦੇ ਆ ਕਿ ਫੀਸ ਵੀਜ਼ਾ ਲੱਗਣ ਤੋਂ ਬਾਅਦ, ਚਲੋ ਆਸਟ੍ਰੇਲੀਆ ਤਾਂ ਅਸੀਂ ਸੇਵੀਅਰ ਐਜੂਕੇਸ਼ਨ ਨੂੰ ਅਪਲਾਈ ਕਰ ਲਾਂਗੇ, ਪਰ ਪੈਸੇ ਅਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਜੀ। ਕੀ ਕੋਈ ਐਸਾ ਕਾਲਜ ਯੂਨੀਵਰਸਿਟੀ ਤੁਹਾਡੇ ਕੋਲ ਹੈ ਜਿਹਦੇ ਵਿੱਚ ਡਿਗਰੀ ਕੋਰਸ ਹੁੰਦਾ ਹੋਵੇ ਤੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈ ਜਾਣ? ਮੈਂ ਪਹਿਲੀ ਵਾਰ ਹੈ ਜੀ ਸੇਵੀਅਰ ਐਜੂਕੇਸ਼ਨ ਅਬਰੋਡ ਦੀ ਹਿਸਟਰੀ ਚ ਪੀਟੀਸੀ ਦੇ ਮੰਚ ਨੂੰ ਪਹਿਲੀ ਵਾਰ ਦੱਸ ਰਿਹਾ ਕਿ ਅਸੀਂ ਹੁਣ ਕਰਨੇ ਨੂੰ ਤਿਆਰ ਹਾਂ ਫੀਸ ਆਫਟਰ ਵੀਜ਼ਾ ਵੀ। ਅਸੀਂ ਤੁਹਾਨੂੰ ਡਿਗਰੀ ਦਵਾ ਕੇ ਦੇਵਾਂਗੇ, ਭਾਵੇਂ ਤੁਸੀਂ ਜਾ ਰਹੇ ਹੋ ਬੈਚਲਰ ਲਈ, ਭਾਵੇਂ ਤੁਸੀਂ ਜਾ ਰਹੇ ਹੋ ਮਾਸਟਰਸ ਲਈ, ਫੀਸ ਲਿੱਤੀ ਜਾਏਗੀ ਆਫਟਰ ਵੀਜ਼ਾ। ਤੁਸੀਂ ਆਓ, ਇਹ ਨੰਬਰ ਸੇਵ ਕਰੋ, ਮੈਨੂੰ ਮਿਲੋ, ਮੇਰੀ ਕਿਸੇ ਵੀ ਨੇੜਲੀ ਬ੍ਰਾਂਚ ਪਹੁੰਚੋ, ਮੇਰੇ ਨਾਲ ਮਿਲੋ, ਕਿਸੇ ਵੀ ਪ੍ਰੋਫਾਈਲ ਤੇ ਮੈਂ ਤੁਹਾਨੂੰ ਡਿਸਕਸ਼ਨ ਦੱਸ ਕੇ ਔਰ ਉਸ ਤੋਂ ਬਾਅਦ ਦੱਸ ਸਕਦਾ ਤੁਹਾਡਾ ਵੀਜ਼ਾ ਲੱਗਣਾ ਕਿ ਨਹੀਂ ਲੱਗਣਾ, ਔਰ ਤੁਹਾਡੇ ਤੋਂ ਸਾਰੀ ਦੀ ਸਾਰੀ ਫੀਸ ਆਫਟਰ ਵੀਜ਼ਾ ਹੀ ਲਵਾਂਗੇ ਅਸੀਂ। ਜੀ। ਔਰ ਇਹਦੇ ਵਿੱਚ ਜਿਹੜੇ ਹੁਣ ਬੱਚੇ ਆਲਰੇਡੀ ਕੈਨੇਡਾ ਰਿਫਿਊਜ਼ ਆ ਜੀ, ਉਹ ਅਪਲਾਈ ਕਰ ਸਕਦੇ? ਬਿਲਕੁਲ ਕਰ ਸਕਦੇ। ਤੁਹਾਡਾ 2020 ਪਾਸ ਆਊਟ ਹੈ, ਤੁਸੀਂ 2021 ਪਾਸ ਆਊਟ ਹੋ, ਤੁਸੀਂ ਆ ਕੇ ਇੱਕ ਵਾਰ ਜ਼ਰੂਰ ਮਿਲੋ, ਆਪਣਾ ਪ੍ਰੋਫਾਈਲ ਲੈ ਕੇ ਆਓ, ਹੋ ਸਕਦਾ ਕਿ ਤੁਹਾਨੂੰ ਸਾਰਾ ਹੀ ਸਾਰਾ ਫੀਸ ਆਫਟਰ ਵੀਜ਼ਾ ਚ ਦੇ ਦਿੱਤਾ ਜਾਏ। ਜੀ। ਸੋ ਸੇਵੀਅਰ ਐਜੂਕੇਸ਼ਨ ਅਬਰੋਡ ਤੋਂ ਮਿਤੇਸ਼ ਮਲਹੋਤਰਾ ਜੀ ਗੱਲਬਾਤ ਕਰ ਰਹੇ ਨੇ। 95 92 20 60 60 ਪਿਛਲੇ ਕਰੀਬ 2 ਮਹੀਨਿਆਂ ਤੋਂ ਇਸ ਮੰਚ ਤੇ ਅਸੀਂ ਡਿਸਕਸ਼ਨ ਕਰਦੇ ਹਾਂ, ਹੋਰ ਵੀ ਇਸ ਚੈਨਲ 'ਤੇ ਡਿਸਕਸ਼ਨ ਕਰਦੇ ਹਾਂ ਮਲਹੋਤਰਾ ਜੀ ਨਾਲ ਬੈਠ ਕੇ। ਇਹ ਹਰ ਵਾਰੀ ਕਹਿੰਦੇ ਸੀ ਕਿ ਨਹੀਂ ਜੀ, ਬੱਚਾ ਫੀਸ ਭਰ ਲੇ ਆਪਣੀ ਔਰ ਫੀਸ ਭਰ ਕੇ ਵੀਜ਼ਾ ਅਪਲਾਈ ਕਰ ਲੇ। ਸੋ ਅੱਜ ਫੀਸ ਆਫਟਰ ਵੀਜ਼ਾ ਇਸ ਕਰਕੇ ਅਸੀਂ ਪ੍ਰਮੋਟ ਕਰ ਰਹੇ ਹਾਂ, ਇਸ ਕਰਕੇ ਕਹਿ ਰਹੇ ਹਾਂ ਕਿ ਸਾਡੇ ਕੋਲ ਆਪਸ਼ਨ ਹੈਗੀ, ਕਿਉਂਕਿ ਬੱਚਾ ਆ ਕੇ ਕਹਿੰਦੇ ਜੀ ਦਫ਼ਤਰਾਂ 'ਚ ਬੱਚੇ ਆਉਂਦੇ ਜ਼ਰੂਰ ਆ ਟੀਵੀ ਵੇਖ ਕੇ, ਪਰ ਉਹ ਕਹਿੰਦੇ ਜੀ ਅਸੀਂ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਆ। ਤੇ ਯੈਸ, ਜੇ ਇੱਕ ਹਲਵਾਈ ਦੀ ਦੁਕਾਨ ਤੇ ਸਾਰੀਆਂ ਮਿਠਾਈਆਂ ਹੈ, ਉਹ ਖਾਣੀ ਕਿਹੜੀ ਹੈ ਤੁਸੀਂ ਪਸੰਦ ਕਰਨੀ ਹੈ। ਹੁਣ ਉਹਨਾਂ ਨੇ ਆਪਣੀ ਦੁਕਾਨ ਤੇ ਇੱਕ ਮਿਠਾਈ ਰੱਖ ਲਈ ਹੈ ਫੀਸ ਆਫਟਰ ਵੀਜ਼ਾ ਵਾਲੀ, ਤੁਹਾਨੂੰ ਚੰਗੀ ਲੱਗਦੀ ਹੈ ਤਾਂ ਜ਼ਰੂਰ ਤੁਸੀਂ ਖਾ ਸਕਦੇ ਹੋ। ਤੁਸੀਂ ਆਪਣੀ ਫੀਸ ਆਪ ਭਰਨੀ ਹੈ, ਮੋਸਟ ਵੈਲਕਮ ਹੈ ਜੀ। ਤੁਸੀਂ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਚਾਹੁੰਦੇ ਹੋ ਤਾਂ ਵੀ ਮੋਸਟ ਵੈਲਕਮ ਹੈ ਜੀ। ਹਰ ਤਰ੍ਹਾਂ ਦੀ ਆਪਸ਼ਨ ਤੁਹਾਨੂੰ ਮਿਲੂਗੀ ਸੇਵੀਅਰ ਐਜੂਕੇਸ਼ਨ ਅਬਰੋਡ ਦੇ ਦਫ਼ਤਰਾਂ 'ਚ। ਪੰਜਾਬ ਦੇ 18 ਸ਼ਹਿਰਾਂ 'ਚ ਇਹਨਾਂ ਦੇ ਦਫ਼ਤਰ ਨੇ, ਉੱਥੇ ਜਾ ਕੇ ਤੁਸੀਂ ਮਿਲ ਸਕਦੇ ਹੋ, ਕਾਉਂਸਲਿੰਗ ਲੈ ਸਕਦੇ ਹੋ ਔਰ ਆਸਟ੍ਰੇਲੀਆ ਜਾਣ ਦੇ ਸੁਪਨੇ ਪੂਰੇ ਕਰ ਸਕਦੇ ਹੋ। ਸੋ ਵਿਦੇਸ਼ ਜੀ, ਅੰਬੈਸੀ ਫੀਸ ਵਾਪਸ ਹੋ ਜਾਣੀ ਹੈ, ਸੀਓਈ ਦੀ ਫੀਸ ਲੱਗਣੀ ਨਹੀਂ ਜੀ, ਕੰਪਨੀ ਫੀਸ ਤੁਸੀਂ ਲੈਣੀ ਨਹੀਂ, ਯੂਨੀਵਰਸਿਟੀ ਦੀ ਫੀਸ ਵਾਪਸ ਜਿਹੜੀ ਉਹ ਉਦੋਂ ਦੇਣੀ ਹੈ ਆਫਟਰ ਵੀਜ਼ਾ ਦੇਣੀ ਹੈ। ਤੇ ਫਿਰ ਬੱਚੇ ਦਾ ਫਿਰ ਕੋਈ ਲੱਗਣਾ ਕੁਝ ਨਹੀਂ, ਬਿਲਕੁਲ ਕੁਝ ਨਹੀਂ ਲੱਗਣਾ। ਮੈਂ ਇਹੀ ਕਹਿ ਰਿਹਾ, ਇਹ ਵਨ ਟਾਈਮ ਗੋਲਡਨ ਅਪੋਰਚੁਨਿਟੀ ਹੈ। ਮਾਰਚ ਇਨਟੇਕ ਇਸ ਵੇਲੇ ਇੰਨਾ ਕੁ ਵਧੀਆ ਜਾਣੇ ਵਾਲਾ। ਦੇਖੋ ਪਤਾ ਕੀ ਹੁੰਦਾ, ਜਦ ਵੀ ਕੋਈ ਮੁਲਕ ਖੁੱਲਦਾ, ਅੱਜ ਉਹ ਖੁੱਲੇ ਹੰਗਾਰੇ ਦੇ ਕੇ ਬੁਲਾ ਰਹੇ ਨੇ ਕਿ ਤੁਸੀਂ ਆਓ। ਹੌਲੀ ਹੌਲੀ ਜੇ ਤੁਸੀਂ ਜੁਲਾਈ ਇਨਟੇਕ ਜਾਓਗੇ, ਥੋੜਾ ਥੋੜਾ ਚੂੜੀ ਟਾਈਟ ਹੋਣੀ ਸ਼ੁਰੂ ਹੋ ਜਾਏਗੀ, ਥੋੜੇ ਥੋੜੇ ਰੂਲਸ ਟਾਈਟ ਹੋਣੇ ਸ਼ੁਰੂ ਹੋ ਜਾਣਗੇ। ਇਹ ਰਾਈਟ ਟਾਈਮ ਹੈ ਤੁਹਾਡਾ। ਤੁਸੀਂ ਕੈਨੇਡਾ ਤੋਂ ਰਿਫਿਊਜ਼ ਹੋਏ ਹੋ, ਮੈਂ ਦੇਖ ਰਿਹਾ 90% ਬੱਚਾ ਕੈਨੇਡਾ ਤੋਂ ਰਿਫਿਊਜ਼ਲ ਲੈ ਕੇ ਇਸ ਵੇਲੇ ਘੁੰਮ ਰਿਹਾ ਬਾਜ਼ਾਰ 'ਚ। ਤੁਸੀਂ ਦੁਬਾਰਾ ਅਪਲਾਈ ਕਰਨ ਦੇ ਚੱਕਰਾਂ 'ਚ ਨਾ ਪਾਓ। ਆਸਟ੍ਰੇਲੀਆ ਇੰਨਾ ਵਧੀਆ ਕੰਟਰੀ ਹੈ, ਇੰਨੇ ਵਧੀਆ ਅਪੋਰਚੁਨਿਟੀ ਹੈਗੀ, ਕੁਝ ਕਹਿਣ ਦੀ ਹੱਦ ਨਹੀਂ। ਇੰਡੀਆ ਤੋਂ 3 ਗੁਣਾ ਜ਼ਿਆਦਾ ਬੜਾ ਹੈਗਾ ਜੀ, ਪੋਪੂਲੇਸ਼ਨ ਸਿਰਫ ਦਿੱਲੀ ਜਿੰਨੀ, 2.5 ਕਰੋੜ। ਇਸ ਤੋਂ ਵੱਧ ਕੇ ਚਾਹੀਦਾ ਕੀ ਹੈ? ਅਪੋਰਚੁਨਿਟੀ ਹੈਗੀ ਹੀ ਹੈਗੀ ਕਮਾਂਡ ਦੀ। ਤੁਸੀਂ ਅੱਜ ਵੀ ਬਹੁਤ ਸਾਰੇ ਬੱਚੇ ਜਿਹੜੇ ਉੱਥੇ ਹੈਗੇ ਉਹਨਾਂ ਨੂੰ ਫੋਨ ਕਰਕੇ ਪੁੱਛੋ, ਜਿਹੜੀ ਜੌਬ ਦਾ ਉਹਨਾਂ ਨੂੰ ਅਗਰ $20 ਮਿਲ ਰਹੇ ਸੀ, ਅੱਜ $40 ਲੈ ਰਹੇ ਨੇ ਉਹ। ਇਸੇ ਕਾਰਨ ਉਹ ਚਾਹੁੰਦੇ ਨੇ ਕਿ 2.5 ਲੱਖ ਬੱਚਾ ਉਹਨਾਂ ਕੋਲ ਅਗਲੇ 3-4 ਮਹੀਨਿਆਂ 'ਚ ਪਹੁੰਚ ਜਾਏ। ਅੱਛਾ, ਇਹਦੇ ਵਿੱਚ ਜਿਹੜਾ ਤੁਸੀਂ ਕਹਿ ਰਹੇ ਹੋ ਫੀਸ ਆਫਟਰ ਵੀਜ਼ਾ, ਕੋਈ ਪੈਸਾ ਐਡਵਾਂਸ ਨਹੀਂ ਦੇਣਾ ਜੀ, ਕੋਈ ਪਾਰਟਿਕੂਲਰ ਲੋਕੇਸ਼ਨ ਹੈ ਕਿ ਬੱਚਾ ਇੱਥੇ ਜਾਊਗਾ, ਕਿਤੇ ਵੀ ਜਾ ਸਕਦਾ ਹੈ? ਇਹ ਸਿਡਨੀ ਲੋਕੇਸ਼ਨ ਦੀ ਫਿਲਹਾਲ ਮੈਂ ਗੱਲ ਕਰ ਰਿਹਾ ਜੀ। ਇਸ ਤੋਂ ਇਲਾਵਾ ਆਪਣੇ ਕੋਲ ਹੋਰ ਬਹੁਤ ਸਾਰੀ ਆਪਸ਼ਨਸ ਹੈਗੀਆਂ, ਫਿਰ ਉਹਦੇ 'ਚ ਕੁਝ ਨਾ ਕੁਝ ਥੋੜਾ ਥੋੜਾ ਚੇਂਜ ਹੋਏਗਾ। ਸਿਡਨੀ ਲੋਕੇਸ਼ਨ 'ਚ ਮੇਨ CBD ਦੇ ਅੰਦਰ ਹੈਗਾ। ਇਹ ਵੀ ਨਹੀਂ ਮੈਂ ਕਹਿ ਰਿਹਾ ਕਿ ਤੁਸੀਂ ਕਿਸੇ ਰੀਜਨਲ ਏਰੀਆ ਚਲੇ ਜਾਓ, ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਤੁਸੀਂ ਨਹੀਂ ਜੀ ਸ਼ਹਿਰ ਤੋਂ ਬਹੁਤ ਦੂਰ ਚਲੇ ਜਾਓ। ਮੇਨ CBD ਦੇ ਅੰਦਰ ਇਹ ਆਪਸ਼ਨ ਅਵੇਲੇਬਲ ਹੈ। ਔਰ ਜਿਹੜਾ ਤੁਸੀਂ ਕਿਹਾ ਕਿ ਫੰਡਾਂ ਦੇ ਨਾਮ ਤੇ ਕੋਈ ਪੈਸਾ ਨਹੀਂ ਦੇਣਾ, ਜਿੰਨੇ ਕੁ ਵੀਜ਼ਾ ਲੱਗਣ ਤੋਂ ਬਾਅਦ ਪੈਸੇ ਹੋਣੇ ਆ ਜਾਂ ਪੈਕੇਜ ਦੇ ਪੈਸੇ ਹੋਣੇ ਆ, ਉਹ ਬੱਚਾ ਆਪਣੇ ਖਾਤੇ 'ਚ ਪਾਵੇ ਤੇ ਉਹਦੀ ਰਸੀਦ ਲੈ ਕੇ ਤੁਹਾਨੂੰ ਦੇ ਦੇ, ਉਹੀ ਫੰਡ ਚੱਲ ਜਾਣਗੇ, ਬਸ ਉਹੀ ਚੱਲਣਗੇ। ਪਰ ਇੱਕ ਹੁਣ ਸਵਾਲ ਇੱਥੇ ਇਹ ਪੈਦਾ ਹੁੰਦਾ ਕਿ ਆਸਟ੍ਰੇਲੀਆ ਦੇ ਵਿੱਚ ਜਦੋਂ ਵੀ ਬਾਹਰ ਜਾਣਾ ਬੱਚੇ ਨੇ ਤਾਂ ਇਹ ਗੱਲ ਕਹਿੰਦੇ ਕਿ 3 ਮਹੀਨੇ ਪੁਰਾਣੇ ਫੰਡ ਚਾਹੀਦੇ ਆ, ਪਰ ਫਿਰ 3 ਮਹੀਨੇ ਪੁਰਾਣੇ ਫੰਡ ਕਿਵੇਂ ਹੋਣਗੇ? ਉਹ ਬਿਲਕੁਲ ਹੋ ਜਾਣਗੇ ਜਦ ਤੁਸੀਂ ਉਹਦਾ ਸੋਰਸ ਦਿਖਾ ਦੋਗੇ ਤਾਂ 3 ਮਹੀਨੇ ਪੁਰਾਣੇ ਦੀ ਲੋੜ ਨਹੀਂ ਰਹਿੰਦੀ। ਜੀ। ਸੋ ਇੱਕ ਸਵਾਲ ਲੈ ਲਈਏ ਜੀ, ਫਿਰ ਉਸ ਤੋਂ ਬਾਅਦ ਡਿਸਕਸ਼ਨ ਕਰਦੇ ਹਾਂ ਇਸ ਤੇ। ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ? ਜੀ ਸਤਿ ਸ਼੍ਰੀ ਅਕਾਲ ਜੀ, ਮੈਂ ਹਰਮਨਪ੍ਰੀਤ ਗੱਲ ਕਰ ਰਿਹਾ ਫਗਵਾੜੇ ਤੋਂ। ਹਰਮਨਪ੍ਰੀਤ ਜੀ ਸਵਾਗਤ ਹੈ, ਸਵਾਲ ਪੁੱਛੋ ਜੀ। ਤੇ ਮੈਂ BBA ਕੀਤੀ ਹੋਈ ਹੈ 2020 ਚੋਂ, ਠੀਕ ਹੈ ਜੀ। 65% ਮਾਰਕਸ ਆਏ ਮੇਰੇ, ਤੇ ਮੈਂ ਆਸਟ੍ਰੇਲੀਆ ਜਾਂ ਕੈਨੇਡਾ ਦੇ ਬਾਰੇ ਸੋਚ ਰਿਹਾ। ਠੀਕ ਹੈ ਜੀ। ਆਈਲੈਟਸ 'ਚ ਮੇਰੇ 6 ਬੈਂਡ ਨੇ, ਠੀਕ ਹੈ। ਸਾਰੇ ਵਿੱਚ 6 ਬੈਂਡ ਆਏ ਨੇ। 6 in each? ਹਾਂਜੀ ਹਾਂਜੀ, 6 each। ਠੀਕ ਹੈ ਜੀ। ਹਰਮਨਪ੍ਰੀਤ ਰਾਜੇ, ਇਸ ਵੇਲੇ ਤੁਹਾਨੂੰ ਜਿਹੜੀ ਬੈਸਟ ਆਪਸ਼ਨ ਹੈ, ਮਤਲਬ ਅਗਰ ਤੁਸੀਂ ਕੈਨੇਡਾ ਦੇ ਬਾਰੇ ਸੋਚ ਰਹੇ ਹੋ ਤੇ ਤੁਹਾਨੂੰ ਜਿਹੜਾ ਇਨਟੇਕ ਮਿਲਣਾ ਜਾਂ ਤੇ ਸਤੰਬਰ 22 ਜੇ ਤੁਸੀਂ ਬਹੁਤ ਲੱਕੀ ਹੋ, ਨਹੀਂ ਤੇ ਜਨਵਰੀ 23 ਮਿਲਣਾ ਹੈ। ਤੁਸੀਂ ਦੇਖੋ ਕਿਆ ਤੁਸੀਂ 1-1.5 ਸਾਲ ਹੋਰ ਵੇਟ ਕਰ ਸਕਦੇ ਹੋ? ਜੇ ਨਹੀਂ ਕਰ ਸਕਦੇ ਤੇ ਤੁਹਾਡੇ ਲਈ ਆਸਟ੍ਰੇਲੀਆ ਬਹੁਤ ਹੀ ਬੜੀਆ ਆਪਸ਼ਨ ਹੈ। ਮੈਂ ਤੁਹਾਨੂੰ ਸਿਡਨੀ ਦੇ ਸ਼ਹਿਰ ਦੇ ਅੰਦਰ ਸਾਰੀ ਫੀਸ ਆਫਟਰ ਵੀਜ਼ਾ ਦੇ ਅੰਦਰ ਆਪਸ਼ਨ ਦੇ ਸਕਦਾ, ਜਿਹਦੇ 'ਚ ਤੁਸੀਂ ਐਮਬੈਸੀ ਫੀਸ ਆਪਣੀ ਜੇਬ ਤੋਂ ਭਰਨੀ ਹੈ, ਉਹ ਵੀ ਤੁਹਾਨੂੰ ਸਰਕਾਰ ਰਿਫੰਡ ਕਰ ਦੇਗੀ। ਯਾਨੀ ਕਿ ਕੋਈ COE ਦੀ ਫੀਸ ਨਹੀਂ ਹੈ, ਕੋਈ ਫੰਡਾਂ ਦੇ ਨਾਮ ਤੇ ਚਾਰजेस ਨਹੀਂ ਹੈ, ਕੋਈ ਪ੍ਰੋਸੈਸਿੰਗ ਫੀਸ ਨਹੀਂ ਹੈ। ਮੈਨੂੰ ਆ ਕੇ ਮਿਲੋ ਔਰ ਤੁਹਾਡਾ ਸਾਰੇ ਦੇ ਸਾਰਾ ਪੈਸਾ ਜਿਸ ਦਿਨ ਤੁਹਾਨੂੰ ਵੀਜ਼ਾ ਲੈ ਕੇ ਦੇਵਾਂਗੇ ਉਸ ਦਿਨ ਤੁਹਾਡੇ ਨਾਲ ਗੱਲ ਕਰਾਂਗੇ।
ਠੀਕ ਹੈ ਜੀ ਸੋ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਫਗਵਾੜੇ ਤੋਂ ਬੋਲ ਰਹੇ ਹੋ ਤੁਸੀਂ, ਲੁਧਿਆਣੇ ਆਫਿਸ ਇਹਨਾਂ ਨੂੰ ਮਿਲ ਸਕਦੇ ਹੋ ਔਰ ਕਦੋਂ ਮਿਲ ਸਕਦੇ ਹੋ ਉਸ ਬਾਰੇ ਜਾਣਕਾਰੀ ਤੁਸੀਂ 95 92 20 60 60 ਇਸ ਨੰਬਰ ਤੇ ਕਾਲ ਕਰਕੇ ਜਿਹੜਾ ਉਹ ਹਾਸਲ ਕਰ ਸਕਦੇ ਹੋ। ਸੋ ਬਿਤੇਸ਼ ਜੀ ਇੱਕ ਸਵਾਲ ਹੋਰ ਮੇਰੇ ਜ਼ਿਹਨ ਦੇ ਵਿੱਚ ਆ ਰਿਹਾ, ਕਹਿੰਦੇ ਯੂਨੀਵਰਸਿਟੀ ਜੇ ਬੱਚੇ ਨੇ ਪੜ੍ਹਨ ਜਾਣਾ ਡਿਗਰੀ ਕੋਰਸ ਤੇ ਉਹ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦਾ ਜੀ। ਸੋ ਜੇ ਬੱਚਾ ਕਾਲਜ ਦੇ ਵਿੱਚ ਡਿਗਰੀ ਕਰਨ ਜਾ ਰਿਹਾ ਕੀ ਉਹਦੇ ਵਿੱਚ ਸਪਾਊਸ ਨੂੰ ਲੈ ਕੇ ਜਾ ਸਕਦਾ? ਬਿਲਕੁਲ ਲੈ ਕੇ ਜਾ ਸਕਦਾ ਜੀ। ਗੱਲ ਡਿਗਰੀ ਦੀ ਹੈ ਕਿ ਤੁਸੀਂ ਡਿਗਰੀ ਕਰਨ ਜਾ ਰਹੇ ਹੋ ਤੇ ਤੁਹਾਨੂੰ ਸਪਾਊਸ ਲਈ ਆ ਕੇ ਲੈ ਕੇ ਜਾਣੇ ਦੀ ਪੂਰੀ ਇਜਾਜ਼ਤ ਹੈ। ਮਾਸਟਰਸ ਡਿਗਰੀ ਕਰਨ ਜਾ ਰਹੇ ਹੋ, ਬੈਚਲਰ ਚ ਨਹੀਂ ਲੈ ਜਾ ਸਕਦੇ, ਕਿਉਂਕਿ ਦੇਖੋ ਬੈਚਲਰ ਲੋਕ ਵੀ ਸਮਝਦੇ ਨੇ ਬੈਚਲਰ ਚ ਕਿਹੜਾ ਬੱਚਾ ਰਿਹਾ 18 19 ਸਾਲ ਦਾ, ਅਜੇ ਇਹ ਵਿਆਹ ਦੀ ਏਜ 21 ਸਾਲ ਹੋ ਗਈ ਹੈ ਤੇ ਕਿੱਦਾਂ ਕਰ ਸਕਦੇ ਹੋ? ਤੇ ਜੇਕਰ ਤੁਸੀਂ ਮਾਸਟਰਸ ਲਈ ਜਾ ਰਹੇ ਹੋ ਤੁਸੀਂ ਆਪਣੇ ਸਪਾਊਸ ਨੂੰ ਪਲੀਜ਼ ਲੈ ਕੇ ਜਾ ਸਕਦੇ ਹੋ, ਬਸ਼ਰਤੇ ਤੁਸੀਂ ਮੈਰਿਜ ਐਜ਼ ਅ ਇੰਸਟੀਟਿਊਸ਼ਨ ਨੂੰ ਅਬਿਊਜ਼ ਨਾ ਕੀਤਾ ਹੋਏ। ਕਿੰਨਾ ਪੁਰਾਣਾ ਵਿਆਹ ਚਾਹੀਦਾ? ਵਿਆਹ ਇੱਕ ਦਿਨ ਪੁਰਾਣਾ ਲੈ ਆਓ ਕੋਈ ਚੱਕਰ ਨਹੀਂ, ਬਟ ਮੈਨੂੰ ਤੁਸੀਂ ਇਹ ਪ੍ਰੂਵ ਕਰਨਾ ਪਏਗਾ, ਮੈਨੂੰ ਪ੍ਰੂਵ ਕਰਨਾ ਪਏਗਾ ਕਿ ਇਹ ਜੈਨੂਇਨ ਮੈਰਿਜ ਹੈ। ਜੇ ਉਹ ਜੈਨੂਇਨ ਮੈਰਿਜ ਹੈ ਮੈਂ ਤੁਹਾਨੂੰ ਵੀਜ਼ਾ ਲੈ ਕੇ ਦੇ ਸਕਦਾ, ਭਾਵੇਂ ਇੱਕ ਦਿਨ ਪੁਰਾਣਾ ਮੈਰਿਜ ਕਿਉਂ ਨਹੀਂ ਹੈ। ਪਰ ਵੈਸੇ ਬਹੁਤ ਅਜੀਬ ਗੱਲ ਤੁਸੀਂ ਇੱਥੇ ਕਰ ਰਹੇ ਹੋ ਕਿ ਮੇਰੀ ਗੱਲ ਹਜੇ ਵੀ ਦਿਮਾਗ 'ਚ ਘੁੰਮਦੀ ਪਈ ਹੋ ਕਿ ਆਸਟ੍ਰੇਲੀਆ ਦਾ ਵੀਜ਼ਾ ਹੋਵੇ, ਕੋਈ ਕੰਪਨੀ ਫੀਸ ਨਹੀਂ, ਕੋਈ ਸੀਓ ਦੇ ਨਾਮ ਤੇ ਫੀਸ ਨਹੀਂ, ਕੋਈ ਆਪਣੇ ਯੂਨੀਵਰਸਿਟੀ ਕਾਲਜ ਦੇ ਨਾਮ ਤੇ ਫੀਸ ਨਹੀਂ, ਕੋਈ ਇਹਦੇ ਫੰਡਾਂ ਦੇ ਨਾਮ ਤੇ ਫੀਸ ਨਹੀਂ, ਤੇ ਐਮਬੈਸੀ ਫੀਸ ਹੀ ਸਰਕਾਰ ਨੇ ਵਾਪਸ ਕਰ ਦੇਣੀ ਹੈ, ਤੇ ਫਿਰ ਬੱਚਾ ਤਾਂ ਫ੍ਰੀ ਦੇ ਭਾਈ ਅਪਲਾਈ ਕਰ ਗਿਆ। ਮੈਂ ਇਹੀ ਕਹਿ ਰਿਹਾ ਕਿ ਜੀ ਇਦਾਂ ਦੀ ਅਪੋਰਚੁਨਿਟੀ ਸ਼ਾਇਦ ਪਹਿਲੇ ਕਦੀ ਨਹੀਂ ਆਈ, ਜਾਂ ਸ਼ਾਇਦ ਕਿਸੇ ਇਹਨੇ ਪਹਿਲੇ ਕਦੀ ਇਦਾਂ ਦੀ ਗੱਲ ਕੀਤੀ ਨਹੀਂ ਹੋਣੀ। ਇਹ ਮਾਹੌਲ ਚੰਗਾ, ਮੈਂ ਕਹਿੰਦਾ ਆਸਟ੍ਰੇਲੀਅਨ ਗਵਰਨਮੈਂਟ ਨੇ ਗੱਲਾਂ ਕੰਸਲਟੈਂਟ ਆ ਕੇ ਕਰਦੇ ਜੀ 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 ਫੀਸ ਆਫਟਰ ਵੀਜ਼ਾ ਦੀ ਗੱਲ ਕਰਦੇ। ਮੈਂ ਬਹੁਤ ਸਾਰੇ ਲੋਕਾਂ ਨੂੰ ਪ੍ਰਮੋਟ ਕਰਦਾ ਇਸੇ ਮੰਚ ਤੇ ਬਹਿ ਕੇ, ਪਰ ਉਹ ਕਹਿੰਦੇ ਆ ਕਿ ਜੇਕਰ ਡਿਗਰੀ ਕੋਰਸ ਤੇ ਜਾਣਾ ਤੁਹਾਨੂੰ $500 ਪਹਿਲਾਂ ਦੇਣਾ ਪੈਣਾ ਹੈ, ਕੋਈ ਕਹਿੰਦਾ $700 ਪਹਿਲਾਂ ਦੇਣਾ ਪੈਣਾ ਹੈ। ਸੋ ਦੈਟ ਮੀਨਸ ਉਹ $500-700 ਮਤਲਬ $700 ਨੂੰ ਲੈ ਕੇ ਚੱਲਦੇ ਆ, 7-5-35-35000 40,000 ਤੁਹਾਨੂੰ ਪਹਿਲਾਂ ਦੇਣਾ ਪੈਣਾ ਜੀ। ਸੋ ਇੱਥੇ ਤਾਂ ਤੁਸੀਂ ਉਹ ਪੈਸੇ ਕੋਈ ਨਹੀਂ ਮੰਗਦੇ ਪਏ। ਮੈਂ ਉਹੀ ਕਹਿ ਰਿਹਾ ਜੀ, ਆਸਟ੍ਰੇਲੀਅਨ ਸਰਕਾਰ ਆਈ ਹੋਈ ਹੈ ਨਏ ਲੁਭਾਵਨੇ ਤਰੀਕੇ ਦੇਣ ਨੂੰ ਕਿ ਬੱਚਾ ਉਹਨਾਂ ਦੇ ਕੋਲ ਜਾਏ। ਮੈਂ ਵੀ ਇਸ ਲੜੀ 'ਚ ਇੱਕ ਹੋਰ ਲੜ ਜੋੜਤਾ, ਮੈਂ ਵੀ ਕਿਹਾ ਕਿ ਜੇ ਉਹ ਕਰ ਰਹੇ ਤੇ ਅਸੀਂ ਵੀ ਇੱਕ ਹੋਰ ਅੱਗੇ ਵਧ ਕੇ ਕਰੀਏ। ਇੰਨੇ ਸਾਲ ਤੋਂ ਅਸੀਂ ਆਸਟ੍ਰੇਲੀਆ ਕਰ ਰਹੇ ਹਾਂ, ਲੋਕ ਆਸਟ੍ਰੇਲੀਆ ਦੇ ਕਾਰਨ ਸਾਨੂੰ ਜਾਣਦੇ ਆ, ਤੇ ਮੈਨੂੰ ਲੱਗਿਆ ਇੱਕ ਅਸੀਂ ਵੀ ਉਪਰਾਲਾ ਕਰਦੀ ਜਿਹਦੇ 'ਚ ਬੱਚਿਆਂ ਨੂੰ ਕਹੀਏ ਕਿ ਮਾਰਚ ਜੇ ਤੁਸੀਂ ਜਾਣਾ ਹੈ ਤੇ ਅਸੀਂ ਤੁਹਾਨੂੰ ਸਪੋਰਟ ਕਰਦੇ ਹਾਂ, ਸਾਰੀ ਫੀਸ ਆਫਟਰ ਵੀਜ਼ਾ। ਅੱਛਾ ਵੈਸੇ ਆਪਾਂ ਜੇ ਬੱਚਿਆਂ ਦੀ ਗੱਲ ਕਰ ਲਈਏ, ਸਾਰੀ ਫੀਸ ਆਫਟਰ ਵੀਜ਼ਾ ਦੀ ਗੱਲ ਤਾਂ ਹੋ ਗਈ, ਤੁਸੀਂ ਕੋਈ ਕੰਪਨੀ ਫੀਸ ਨਹੀਂ ਦੇਣੀ, ਕੋਈ ਫੰਡਾਂ ਦੇ ਨਾਮ ਤੇ ਪੈਸੇ ਨਹੀਂ ਦੇਣੇ, ਕੋਈ ਯੂਨੀਵਰਸਿਟੀ ਕਾਲਜ ਦੀ ਫੀਸ ਨਹੀਂ ਦੇਣੀ, ਕੁਝ ਨਹੀਂ ਦੇਣਾ ਜੀ, ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਆ। ਪਰ ਹੁਣ ਜੇ ਬੱਚਾ ਕਹਿੰਦਾ ਮੈਂ ਫੀਸ ਭਰਨੀ ਹੈ ਜੀ, ਬੱਚੇ ਦੇ ਕੋਲ ਆਪਸ਼ਨ ਕਿਹੜੀ ਯੂਨੀਵਰਸਿਟੀ, ਕਿਹੜੀ ਡਾਇਰੈਕਟ ਯੂਨੀਵਰਸਿਟੀ ਤੁਸੀਂ ਕਰਦੇ ਹੋ? ਬੱਚਾ ਕੋਈ ਵੀ ਯੂਨੀਵਰਸਿਟੀ ਕਹਿ ਦੇ, ਬੱਚਾ ਕਹਿ ਸਕਦਾ ਮੈਂ ਆਸਟ੍ਰੇਲੀਆ ਨੈਸ਼ਨਲ ਯੂਨੀਵਰਸਿਟੀ ਜਾਣਾ ਹੈ, ਬੱਚਾ ਕਹਿ ਸਕਦਾ ਮੈਂ ਗ੍ਰਿਫਿਥ ਜਾਣਾ ਹੈ। ਤੁਸੀਂ ਮੈਲਬਨ ਦੇ ਅੰਦਰ ਯੂਨੀਵਰਸਿਟੀ ਆਫ ਮੈਲਬਨ ਜਾਣਾ ਚਾਹੁੰਦੇ ਹੋ, ਤੁਸੀਂ ਐਡੀਲੇਡ ਦੇ ਅੰਦਰ ਫਲਿੰਡਰ ਯੂਨੀਵਰਸਿਟੀ ਜਾਣਾ ਚਾਹੁੰਦੇ ਹੋ, ਯੂਨੀਵਰਸਿਟੀ ਆਫ ਸਾਊਥ ਆਸਟ੍ਰੇਲੀਆ ਜਾਣਾ, ਤੁਸੀਂ ਜੋ ਯੂਨੀਵਰਸਿਟੀ ਮੰਗੋਗੇ, ਜੋ ਕੋਰਸ ਮੰਗੋਗੇ ਤੁਹਾਨੂੰ ਉਹੀ ਦਿੱਤਾ ਜਾਏਗਾ। ਇਹ ਨਹੀਂ ਕਿ ਮੇਰੇ ਕੋਲ ਉਸ ਪਾਸੇ ਇਹੀ ਯੂਨੀਵਰਸਿਟੀ ਤੁਹਾਨੂੰ ਇਹੀ ਦਿੱਤੀ ਜਾਏਗੀ। ਸਾਡੇ ਇੱਥੇ ਇੱਕੋ ਚੀਜ਼ ਅੱਗੇ ਧਿਆਨ ਰੱਖੀ ਜਾਂਦੀ ਹੈ ਕਿ ਜਿਹੜਾ ਬੱਚਾ ਮੇਰੇ ਸਾਹਮਣੇ ਆ ਕੇ ਬਹਿ ਗਿਆ ਉਹ ਮੇਰਾ ਕਸਟਮਰ ਨਹੀਂ, ਮੇਰਾ ਪਰਿਵਾਰਿਕ ਮੈਂਬਰ ਹੈ। ਤਦੀ ਮੈਂ 18 ਬ੍ਰਾਂਚਿਸ ਦੇ ਅੰਦਰ ਰੋਜ਼ ਜਾ ਕੇ ਮਿਲਦਾ ਬੱਚਿਆਂ ਨੂੰ, 30 35 ਬੱਚਿਆਂ ਦੀ ਲਾਈਨ ਲੱਗੀ ਹੁੰਦੀ ਹੈ। ਉੱਥੇ ਹੋ ਸਕਦਾ ਬੱਚੇ ਖਰਾਬ ਹੁੰਦੇ, ਕਿਸੇ ਨੂੰ ਅੱਧਾ ਘੰਟਾ ਵੇਟ ਕਰਨੀ ਪੈਂਦੀ ਹੈ, ਬਟ ਹਰ ਬੱਚੇ ਨੂੰ ਮੈਂ ਖੁਦ ਮਿਲਦਾ। ਮੈਂ ਚਾਹਾਂ ਤਾਂ ਮੇਰੇ ਕਾਉਂਸਲਰ ਮਿਲ ਸਕਦੇ ਨੇ, ਉਹ ਫਾਈਲ ਅਪਰੂਵ ਕਰਕੇ ਪੈਸੇ ਚੱਕ ਸਕਦੇ ਨੇ। ਮੇਰੇ ਕਾਉਂਸਲਰਸ ਵੀ ਇਹ ਨਹੀਂ ਕਿ ਕੁਆਲੀਫਾਈਡ ਨਹੀਂ ਨੇ, ਦੇ ਆਰ ਵੈਰੀ 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 ਵੈਲ ਕੁਆਲੀਫਾਈਡ, ਉਹਨਾਂ ਨੇ ਕਾਉਂਸਲਿੰਗ ਐਗਜ਼ਾਮ ਕਲੀਅਰ ਕੀਤੇ ਨੇ, ਬਟ ਮੈਂ ਹੀ ਉਹ ਫਾਈਲ ਚੱਕਦਾ ਕਿਉਂਕਿ ਮੈਨੂੰ ਲੱਗਦਾ ਕਿ ਮੇਰਾ ਪਰਿਵਾਰਿਕ ਮੈਂਬਰ ਹੈ, ਮੈਂ ਮਿਲਾਂ ਔਰ ਮੈਂ ਉਸ ਦੇ ਨਾਲ ਗੱਲ ਕਰਾਂ। ਜੀ ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ? ਹੈਲੋ, ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਸਰ, ਰਮਨਪ੍ਰੀਤ ਗੱਲ ਕਰ ਰਹੀ ਹਾਂ ਚੰਡੀਗੜ੍ਹ ਤੋਂ। ਜੀ ਰਮਨਪ੍ਰੀਤ ਜੀ ਸਵਾਲ ਪੁੱਛੋ। ਸਰ ਮੈਂ 12th ਨੌਨ ਮੈਡੀਕਲ ਕੀਤੀ ਹੋਈ ਹੈ। ਠੀਕ ਹੈ। 62% ਠੀਕ ਹੈ। ਤੇ ਉਸ ਤੋਂ ਬਾਅਦ ਮੈਂ ਬੀਟੈਕ ਕੀਤੀ ਸੀ ਇਲੈਕਟ੍ਰੀਕਲ ਇੰਜੀਨੀਅਰਿੰਗ। ਠੀਕ ਹੈ ਜੀ। 67%। ਠੀਕ ਹੈ। ਮੈਂ ਸਪਾਊਸ ਕੇਸ ਲਗਾਉਣਾ ਚਾਹੁੰਦੀ ਹਾਂ ਆਸਟ੍ਰੇਲੀਆ ਜਾਂ ਯੂਕੇ 'ਚ। ਤੁਸੀਂ ਬੀਟੈਕ ਕਿਹੜੇ ਸਾਲ 'ਚ ਕੀਤੀ ਹੈ? ਹਾਂਜੀ, ਬੀਟੈਕ ਕਿਹੜੇ ਸਾਲ 'ਚ ਕੀਤੀ ਹੈ? ਸੌਰੀ 2019 ਕੀਤੀ ਹੈ 2019 'ਚ। ਔਰ ਪਲੱਸ 2 ਜੋ 62% ਨੰਬਰ ਆ, ਆਇਲਸ ਕੀ ਸਕੋਰ ਹੈ ਤੁਹਾਡਾ? ਸਰ 6.5 no less than 6। ਓਕੇ 6.5। ਰਾਜੇ ਤੁਹਾਨੂੰ ਕਿਸੇ ਵੀ ਪ੍ਰੋਵਿੰਸ, ਕਿਸੇ ਵੀ ਸ਼ਹਿਰ ਦੇ ਅੰਦਰ ਤੁਹਾਨੂੰ ਕੋਈ ਵੀ ਯੂਨੀਵਰਸਿਟੀ ਮਿਲ ਸਕਦੀ ਹੈ। ਬੱਚੇ ਨੇ ਸਾਰੀ ਕੁਆਲੀਫਿਕੇਸ਼ਨਸ ਹੈਗੀ, 6.5 ਬੈਂਡ ਹੈਗੇ ਆ, no less than 6 ਹੈਗੇ ਆ। ਇਹਨੂੰ ਇੰਜੀਨੀਅਰਿੰਗ ਜਿਹੜੀ ਕੀਤੀ ਹੈ, ਇੰਜੀਨੀਅਰਿੰਗ ਦੇ ਅੱਗੇ ਵੀ ਮਿਲ ਸਕਦਾ ਹੈ। ਇਹ ਚਾਹੇ ਤੇ ਇਹਨੂੰ ਮੈਨੇਜਮੈਂਟ ਦਾ ਕੋਰਸ ਮਿਲ ਸਕਦਾ ਹੈ, ਇਹ ਜੋ ਕੋਰਸ ਚਾਹੇ ਬੱਚਾ ਮਿਲ ਸਕਦਾ। ਬਹੁਤ ਹੀ ਵਧੀਆ ਪ੍ਰੋਫਾਈਲ ਹੈ, ਮੈਨੂੰ ਲੱਗਦਾ ਇਸ ਪ੍ਰੋਫਾਈਲ ਤੇ ਵੀਜ਼ਾ ਆਉਣਾ ਹੀ ਵਾਲਾ ਹੈ। ਸੋ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ? ਬਿਲਕੁਲ ਨਾਲ ਦੇ ਨਾਲ। ਜੀ, ਸੇਵੀਅਰ ਐਜ਼ ਅ ਸੇਵੀਅਰ ਮੇਰਾ ਇੱਕੋ ਹੀ ਉਪਰਾਲਾ ਹੁੰਦਾ, ਇੱਕੋ ਹੀ ਮੇਰੀ ਸੋਚਣੀ ਹੁੰਦੀ ਹੈ ਕਿ ਜੇ ਹਸਬੈਂਡ ਵਾਈਫ ਜਾਣਾ ਉਹਨਾਂ ਨੂੰ ਨਾਲ ਭੇਜੀਏ, ਅਲੱਗ-ਅਲੱਗ ਲਗਾਣੇ ਦਾ ਮੇਰਾ ਹੁਣ ਕੋਈ। ਇੱਕ ਸਵਾਲ ਇੱਥੇ ਹੋਰ ਪੈਦਾ ਹੁੰਦਾ ਜੀ, ਜੇ ਸਪਾਊਸ ਕੇਸ ਅਪਲਾਈ ਕਰਨਾ ਹੈ, ਨਾਲ ਸਪਾਊਸ ਨੇ ਜਾਣਾ ਹੈ, ਤੇ ਜਿਹੜਾ ਡਿਪੈਂਡੈਂਟ ਆ, ਮੰਨ ਲਓ ਇਹਨਾਂ ਦੇ 6.5 ਬੈਂਡ ਲੈ ਲਏ, ਨੌਨ ਲੈਸ ਦੈਨ 6 ਬੈਂਡ ਲੈ ਲਏ, ਬੀਟੈਕ ਪਾਸ ਆ, ਜਿਹੜਾ ਇਹਨਾਂ ਦਾ ਡਿਪੈਂਡੈਂਟ ਆ ਜਿਹੜਾ ਨਾਲ ਜਾਊ ਇਹਨਾਂ ਦੇ, ਕੀ ਉਹ ਇਕੱਠੇ ਟਰੈਵਲ ਕਰਨਗੇ? ਪਹਿਲਾ ਸਵਾਲ। ਦੂਸਰਾ ਸਵਾਲ, ਕੀ ਉਹਨਾਂ ਦੀ ਕੁਆਲੀਫਿਕੇਸ਼ਨ ਮੈਟਰ ਕਰਦੀ ਹੈ?
ਇਕੱਠੇ ਸੇਮ ਫਲਾਈਟ 'ਚ ਜਾਣਗੇ। ਮੈਂ ਜਿੱਦਾਂ ਪਹਿਲਾਂ ਕਿਹਾ ਕਿ ਤੁਸੀਂ ਮੈਰਿਜ ਨੂੰ ਅਬਿਊਜ਼ ਨਹੀਂ ਕੀਤਾ ਹੋਇਆ। ਮੈਨੂੰ ਇਹ ਸਮਝਾ ਦਿਓ ਕਿ ਤੁਹਾਡੀ ਮੈਰਿਜ ਜੈਨੂਇਨ ਹੈ। ਅਗਰ ਤੁਸੀਂ ਬੀਟੈਕ ਕੀਤੀ ਹੈ, ਤੁਹਾਡੇ ਹਸਬੰਡ ਨੇ 12th ਕੀਤੀ ਹੈ, ਮੈਂ ਤੁਹਾਡੇ ਹਸਬੰਡ ਨਾਲ ਗੱਲ ਕਰੂੰਗਾ, ਮੈਂ ਦੇਖੂੰਗਾ ਕਿ ਅਗਰ ਜੈਨੂਇਨਿਟੀ ਹੈ ਉਹਨਾਂ ਦੇ ਅੰਦਰ ਤੇ ਬਿਲਕੁਲ 12th ਕਰੇ ਤੇ ਲੱਗ ਜਾਏਗਾ। ਜੇ 10 ਪਾਸ ਹੈ ਤਾਂ ਵੀ ਲੱਗੇਗਾ, ਜੇ ਬਿਨਾਂ ਪੜ੍ਹੇ ਮਤਲਬ ਅਨਪੜ੍ਹ ਵੀ ਹੈਗੇ ਤਾਂ ਵੀ ਲੱਗ ਸਕਦਾ। ਪਰ ਇਹ ਬਹੁਤ ਵੱਡੀ ਗੱਲ ਕਰ ਰਹੇ ਹੋ। ਅਕਸਰ ਇਸ ਮੰਚ ਤੇ ਆ ਕੇ ਕੰਸਲਟੈਂਟ ਇਹੀ ਕਹਿੰਦੇ ਆ ਕਿ ਜੇ ਮੇਨ ਐਪਲੀਕੈਂਟ ਗ੍ਰੈਜੂਏਟ ਆ, ਮਾਸਟਰ ਕੋਰਸ ਲਈ ਚੱਲਿਆ ਤਾਂ ਉਹਦਾ ਹਸਬੰਡ ਵੀ ਗ੍ਰੈਜੂਏਟ ਹੋਣਾ ਚਾਹੀਦਾ ਜੇਕਰ ਉਹਨਾਂ ਸਪਾਊਸ ਕੇਸ ਤੇ ਜਾਣਾ। ਤੁਸੀਂ ਕਹਿ ਰਹੇ ਹੋ 10ਵੀਂ ਪਾਸ ਵੀ ਨਾਲ ਚੱਲ ਜਾਊਗਾ। ਮੈਂ ਉਹੀ ਮਨੀਸ਼ ਜੀ ਸਭ ਤੋਂ ਪਹਿਲੀ ਕਰੀਏ ਕਿ ਮੈਰਿਜ ਨੂੰ ਅਬਿਊਜ਼ ਨਹੀਂ ਕੀਤਾ ਹੋਣਾ ਚਾਹੀਦਾ। ਦੇਖੋ ਕਈ ਵਾਰ ਕੀ ਹੁੰਦਾ ਸਮਾਜਿਕ ਦਾਇਰੇ ਦੇ ਅੰਦਰ ਕੋਈ ਬਿਜ਼ਨਸ 'ਚ ਪੈ ਗਿਆ ਬਹੁਤ ਜਲਦੀ ਆਪਣੇ ਪਰਿਵਾਰ 'ਚ, ਉਹਨੂੰ ਬਿਜ਼ਨਸ ਪਰਿਵਾਰ 'ਚ ਲੋੜ ਸੀ ਉਹਦੀ ਬਿਜ਼ਨਸ 'ਚ, ਉਹ ਬਿਜ਼ਨਸ ਕਰਨ ਲੱਗਿਆ, ਨਹੀਂ ਪੜ੍ਹਾਈ ਕੀਤੀ, ਉਹਦਾ ਬਿਜ਼ਨਸ ਦੇ ਪ੍ਰੂਫ ਲੱਗ ਜਾਣਗੇ। ਸਾਡੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਬੱਚੇ ਐਸੇ ਜਿਹੜੇ 12ਵੀਂ ਤੋਂ ਬਾਅਦ ਆਪਣੇ ਦਾਦੇ ਨਾਲ ਆਪਣੇ ਪਿਓ ਦੇ ਨਾਲ ਖੇਤਾਂ 'ਚ ਲੱਗ ਜਾਂਦੇ 12ਵੀਂ ਤੋਂ ਬਾਅਦ, ਤੇ ਵਿਆਹ ਹੋ ਜਾਂਦਾ ਜਿਹੜੀ ਕੁੜੀ ਗ੍ਰੈਜੂਏਟ ਹੁੰਦੀ ਹੈ। ਮੈਂ ਕਹਿੰਦਾ ਬਿਲਕੁਲ ਲੱਗਦਾ ਜੀ। ਤੁਸੀਂ ਵੀਜ਼ੇ ਮੇਰੇ ਸੋਸ਼ਲ ਮੀਡੀਆ ਪੇजेस ਚੈੱਕ ਕਰੋ ਤਾਂ ਇਦਾਂ ਦੇ ਵੀਜ਼ੇ ਭਰੇ ਹੋਣਗੇ, ਇਦਾਂ ਦੇ ਪਰ ਵੀਜ਼ੇ। ਫਿਰ ਕਿਉਂ ਕੰਸਲਟੈਂਟ ਕਹਿੰਦੇ ਕਿ ਗ੍ਰੈਜੂਏਟ ਜਿਹੜਾ ਡਿਪੈਂਡੈਂਟ ਉਹ ਵੀ ਗ੍ਰੈਜੂਏਟ ਹੋਣਾ ਚਾਹੀਦਾ? ਇਹ ਤੇ ਦੇਖੋ 2-4 ਚੀਜ਼ਾਂ ਹੋ ਸਕਦੀਆਂ। ਇੱਕ, ਕਿਸੇ ਨੂੰ ਨੌਲੇਜ ਨਹੀਂ ਹੈ, ਕੋਈ ਇਗਨੋਰੈਂਟ ਹੈ। ਦੂਜੀ, ਹੁਣ ਰੱਬ ਮਤਲਬ ਭਲਾ ਕਰੇ ਸਭ ਦਾ, ਮੈਂ ਕਿਸੇ ਬਾਰੇ ਕੁਝ ਪਰ ਵੈਸੇ ਵਿਦੇਸ਼ੀ ਬਹੁਤ ਐਸੀਆਂ ਗੱਲਾਂ ਤੁਸੀਂ ਕਰ ਰਹੇ ਹੋ ਜਿੱਥੇ ਯਕੀਨ ਨਹੀਂ ਹੋ ਰਿਹਾ। ਪਰ ਫਿਰ ਗੱਲ ਉਹੀ ਆ ਕਿ ਯਕੀਨ, ਜੇ ਤੁਸੀਂ ਕਹੋਗੇ ਮੈਂ ਕੰਪਨੀ ਫੀਸ ਐਡਵਾਂਸ ਲਵਾਂਗਾ, CEO ਦੀ ਫੀਸ ਲਵਾਂਗਾ, ਫੰਡਾਂ ਦੇ ਪੈਸੇ ਲਵਾਂਗਾ, ਫਿਰ ਤਾਂ ਬੰਦਾ ਕਹਿੰਦਾ ਚਲੋ ਕੋਈ ਨਹੀਂ, ਇਹਨਾਂ ਨੇ ਆਪਣੇ 10-50 ਹਜ਼ਾਰ ਰੁਪਏ ਛਕਣਾ। ਬਟ ਪੈਸਾ ਤੁਸੀਂ ਕੋਈ ਐਡਵਾਂਸ ਲੈ ਨਹੀਂ ਰਹੇ, ਨਾ ਤੁਸੀਂ CEO ਦੀ ਫੀਸ ਲੈ ਰਹੇ ਹੋ, ਨਾ ਕੰਪਨੀ ਦੀ ਫੀਸ ਲੈ ਰਹੇ ਹੋ, ਨਾ ਤੁਸੀਂ ਆਪਣੀ ਕਾਲਜ ਯੂਨੀਵਰਸਿਟੀ ਫੀਸ ਲੈ ਰਹੇ ਹੋ, ਨਾ ਤੁਸੀਂ ਫੰਡਾਂ ਦੇ ਪੈਸੇ ਮੰਗਦੇ ਹੋ। ਔਰ ਤੁਸੀਂ ਕਹਿੰਦੇ ਵੀ ਪਏ ਹੋ ਕਿ ਜੇ ਡਿਪੈਂਡੈਂਟ ਕੇਸ ਤੇ ਜਾਣਾ ਹੈ ਤੇ ਜਿਹੜਾ ਡਿਪੈਂਡੈਂਟ ਆ ਉਹ 12ਵੀਂ ਪਾਸ ਵੀ ਚੱਲੂਗਾ, 10ਵੀਂ ਪਾਸ ਬਿਲਕੁਲ ਚੱਲੂਗਾ। ਕਿਉਂਕਿ ਉਹ ਤੁਸੀਂ ਅਗਰ ਦੇਖੋ ਐਮਬੈਸੀ ਦੀ ਗੱਲ, ਐਮਬੈਸੀ ਇਹ ਡਾਕੂਮੈਂਟ ਨਹੀਂ ਮੰਗਦੀ ਪਈ ਕਿਸੇ ਤੋਂ ਵੀ, ਇਹ ਯੂਨੀਵਰਸਿਟੀ ਕਾਲਜ ਮੰਗ ਰਹੇ ਨੇ। ਕਿਉਂਕਿ ਉਹਨਾਂ ਨੂੰ ਉਹ ਕਿੱਦਾਂ ਦੇਖਣਗੇ ਕਿ ਬਈ ਇਹ ਜਿਹੜਾ ਬੱਚਾ ਹੈ ਇਹਦੇ ਮੈਰਿਜ ਜੈਨੂਇਨ ਹੈ, ਉਹ ਦੇਖਦੇ ਨੇ ਕਿ ਸਮਾਜਿਕ ਬਰਾਬਰੀ ਹੈ। ਹੁਣ ਏਜੰਟ ਇਹਦੇ ਵਿੱਚ ਜ਼ਿਆਦਾ ਮਿਹਨਤ ਕਰਨ ਨੂੰ ਤਿਆਰ ਨਹੀਂ ਹੈ। ਹੁਣ ਜਿੱਦਾਂ ਮੇਰੇ ਕੋਲ ਕੋਈ ਕੇਸ ਹੈ, ਮੇਰੇ ਕੋਲ ਇੱਕ ਕੇਸ ਹੈ ਜਿੱਦਾਂ ਮੈਂ ਹੁਣ ਵੀਜ਼ਾ ਲੈ ਕੇ ਦਿੱਤਾ, ਉਹ 10th ਪਾਸ ਸੀਗਾ ਬੱਚਾ, ਉਹਦੇ ਵਿੱਚ ਬਿਜ਼ਨਸ 'ਚ ਪੈ ਗਿਆ। ਉਹਦਾ ਅਸੀਂ ਇੰਨੇ ਸਾਰੇ ਪ੍ਰੂਫ ਲਗਾਤੇ ਕਿ ਯੂਨੀਵਰਸਿਟੀ ਮੰਨ ਗਈ ਕਿ ਹਾਂ ਇਹ ਜੈਨੂਇਨ ਮੈਰਿਜ ਹੋਏਗੀ। ਉਸ ਬੱਚੇ ਦਾ ਵੀਜ਼ਾ ਵੀ ਆ ਗਿਆ। ਸਟੱਡੀ ਗੈਪ ਕਿੰਨਾ ਚੱਲਦਾ ਜੇ ਕੋਈ ਆਫਟਰ ਗ੍ਰੈਜੂਏਸ਼ਨ ਮਾਸਟਰ ਕੋਰਸ ਲਈ ਜਾਣਾ ਚਾਹੁੰਦਾ ਹੈ, ਸਟੱਡੀ ਗੈਪ ਕਿੰਨਾ ਚੱਲੂ? ਕਿਉਂਕਿ ਅਸੀਂ ਜਿਹੜਾ ਡਿਗਰੀ ਕੋਰਸ ਲਈ ਅਸੀਂ ਕਹਿੰਦੇ ਕਿ 2020 ਪਾਸੇ 21 ਪਾਸੇ ਬਚਾਵੇ, ਜ਼ਿਆਦਾ ਗੈਪ ਨਾ ਲੈ ਕੇ ਆਵੇ। ਜੇ ਮਾਸਟਰ ਕੋਰਸ ਲਈ ਚੱਲਿਆ ਉਹੀ ਅਗੇਨ ਗੱਲ ਹੈ, ਤੁਸੀਂ ਜੈਨੂਇਨਲੀ ਪ੍ਰੂਵ ਕਰ ਸਕੋ ਕਿ ਤੁਹਾਡਾ ਗੈਪ ਨਹੀਂ ਹੈ, ਤੁਸੀਂ ਉਹਦੇ 'ਚ ਕੁਝ ਵੀ ਕੀਤਾ ਹੈ, ਭਾਵੇਂ ਤੁਸੀਂ ਜੌਬ ਕੀਤੀ ਹੈ, ਭਾਵੇਂ ਤੁਸੀਂ ਕੋਈ ਸਰਕਾਰੀ ਐਗਜ਼ਾਮ ਕੀਤਾ ਹੈ, ਭਾਵੇਂ ਕੁਝ ਵੀ ਦਿੱਤਾ ਹੈ। ਆਪਣੇ ਗੈਪ ਨੂੰ ਜੇ ਜੈਨੂਇਨਲੀ ਪ੍ਰੂਵ ਕਰ ਸਕਦੇ ਹੋ, ਚਾਹੇ ਉਹ 5 ਸਾਲ ਦਾ ਗੈਪ ਹੈ, ਚਾਹੇ 7 ਸਾਲ ਦਾ ਗੈਪ ਹੈ, ਉਹ ਗੈਪ ਮਾਇਨੇ ਨਹੀਂ ਰੱਖਦਾ। ਜੈਨੂਇਨਲੀ ਪ੍ਰੂਫ, ਕੋਈ ਡੁਪਲੀਕੇਟ ਲਗਾਉਣਾ ਨਹੀਂ, ਕੋਈ ਐਕਸਪੀਰੀਅੰਸ ਨਹੀਂ ਲਗਾਉਣਾ, ਕੋਈ ਡੁਪਲੀਕੇਟ ਡਾਕੂਮੈਂਟ ਨਹੀਂ ਲਗਾਉਣਾ। ਇਹਦੇ ਵਿੱਚ ਇੱਕ ਸੈਲਰੀ ਸਲਿੱਪ ਦਾ ਇਸ਼ੂ ਹੁੰਦਾ ਕਿ ਸੈਲਰੀ ਖਾਤਿਆਂ 'ਚ ਹੋਣੀ ਚਾਹੀਦੀ ਹੈ ਜੀ, ਉਹ ਵੀ ਜ਼ਰੂਰੀ ਹੈ। ਅਗਰ ਬੱਚਾ ਜੈਨੂਇਨਲੀ ਜੌਬ ਕਰ ਰਿਹਾ, ਉਹਦੇ ਕੋਲ ਅਗਰ ਸੈਲਰੀ ਖਾਤੇ ਨਹੀਂ ਤਾਂ ਕੋਈ ਨਾ ਕੋਈ ਪ੍ਰੂਫ ਜ਼ਰੂਰ ਹੋਏਗਾ, ਉਹ ਪ੍ਰੂਫ ਮੈਨੂੰ ਚੱਲ ਜਾਏਗਾ। ਤੇ ਹਸਬੈਂਡ ਵਾਈਫ ਦੇ ਨਾਲ ਬੱਚਾ ਵੀ ਜਾ ਸਕਦਾ ਨਾਲ? ਬਿਲਕੁਲ ਜਾ ਸਕਦਾ ਜੀ। ਟੋਟਲ ਖਰਚਾ ਕਿੰਨਾ ਹੋਊਗਾ? ਟੋਟਲ ਖਰਚਾ ਦੇਖੋ, ਹੁਣ ਜੇ ਹਸਬੈਂਡ ਵਾਈਫ ਹੈ, ਬੱਚਾ ਹੈ, ਉਹਨੂੰ ਕੋਈ ਹੋਰ ਲੋਕੇਸ਼ਨ ਚਾਹੀਦੀ ਹੈ, ਮੈਂ ਸਿਡਨੀ ਦੀ ਗੱਲ ਨਹੀਂ ਕਰ ਰਿਹਾ, ਕੋਈ ਹੋਰ ਲੋਕੇਸ਼ਨ ਚਾਹੀਦੀ ਹੈ, ਤੇ 10-12 ਲੱਖ ਦੇ ਅੰਦਰ ਸਾਰੇ ਚਲੇ ਜਾਂਦੇ ਨੇ, ਮਤਲਬ ਵਿਦ ਫੈਮਿਲੀ 10-12 ਲੱਖ ਰੁਪਏ। ਬਸ ਇਹ ਫੀਸ ਆਫਟਰ ਵੀਜ਼ਾ ਨਹੀਂ ਹੈ ਲਿਖਣੇ। ਮੈਂ ਪਹਿਲੇ ਬੱਚਾ ਆਪਣੀ ਫੀਸ ਭਰੇਗਾ, ਕਿਉਂਕਿ ਹਰ ਇੱਕ ਬੱਚਾ ਫੀਸ ਆਫਟਰ ਵੀਜ਼ਾ ਮੰਗਦਾ ਵੀ ਨਹੀਂ ਹੈ। ਬਹੁਤ ਸਾਰੇ ਬੱਚੇ ਕਹਿੰਦੇ ਫੀਸ ਆਪਣੇ ਆਪ ਭਰ ਲਾਂਗੇ। ਸੋ ਸੇਵੀਅਰ ਐਜੂਕੇਸ਼ਨ ਅਬਰੋਡ ਤੋਂ ਮਿਤੇਸ਼ ਮਲਹੋਤਰਾ ਜੀ ਸਾਡੇ ਸਟੂਡੀਓ ਵਿੱਚ ਅੱਜ ਗੱਲਬਾਤ ਕਰ ਰਹੇ ਸੀ। ਬਹੁਤ ਵੱਡੀਆਂ ਆਸਟ੍ਰੇਲੀਆ ਦੀਆਂ ਗੱਲਾਂ ਹੋਈਆਂ ਅੱਜ। ਸੇਵੀਅਰ ਐਜੂਕੇਸ਼ਨ ਅਬਰੋਡ ਨੂੰ ਸੰਪਰਕ ਕਰ ਸਕਦੇ ਹੋ 9592206060 ਨੰਬਰ ਤੇ। ਸੋ ਫਿਲਹਾਲ ਜਾ ਜਾਂਦੇ ਹਾਂ। ਮਿਤੇਸ਼ ਜੀ ਬਹੁਤ ਬਹੁਤ ਸ਼ੁਕਰੀਆ।